ਅੱਜ ਆਪਾਂ ਜਿਹੜੇ ਮੁੱਦੇ ਤੇ ਇਕੱਠੇ ਹੋਏ ਆ, ਇਕੱਤਰਿਤ ਹੋਏ ਆ ਗੱਲਬਾਤ ਕਰਨ ਨੂੰ, ਉਹ ਹੈ ਧਰਮ ਯੁੱਧ ਮੋਰਚਾ। ਅੱਜ ਤੋਂ ਤਕਰੀਬਨ 37 ਸਾਲ ਪਹਿਲਾਂ ਅੱਜ ਦੇ ਦਿਨ ਹੀ ਇਹ ਮੋਰਚਾ ਸ਼ੁਰੂ ਕੀਤਾ ਸੀ। ਤਕਰੀਬਨ ਸਾਰੇ ਸਿੱਖ ਪੰਥ ਹੀ ਇਸ ਮੋਰਚੇ 'ਚ ਇਕੱਤਰਿਤ ਸੀਗਾ। ਐਸਾ ਇਹ ਮੋਰਚਾ ਤਾਂ ਇਹਨੂੰ ਟਰਮ ਅਕਾਲੀਜ਼ ਆਪਦੇ, ਕਿਉਂਕਿ ਮੋਰਚਾ ਦੇ ਕਹਿੰਦੇ ਸੀ ਐਜੀਟੇਸ਼ਨ ਨੂੰ, ਤਾਂ ਇਹਨੂੰ ਮੋਰਚਾ ਕਿਹਾ ਗਿਆ। ਬੇਸਿਕਲੀ ਐਜੀਟੇਸ਼ਨ ਸੀ, ਪਰ ਇਸ ਐਜੀਟੇਸ਼ਨ ਦੀ ਕਮਾਲ ਇਹ ਸੀ ਕਿ ਇਹਦੇ ਵਿੱਚ ਤਕਰੀਬਨ ਸਾਰਾ ਪੰਥ ਹੀ ਇਕੱਠਾ ਹੋਇਆ ਅਤੇ ਇੱਕ ਐਸਾ ਉਭਾਰ ਆਇਆ ਜਾਂ ਇੱਕ ਐਸਾ ਜਜ਼ਬਾ ਪੈਦਾ ਹੋਇਆ ਜਿਹੜਾ ਕਿ ਕਦੀ ਪਹਿਲਾਂ ਬਹੁਤ ਸਦੀਆਂ ਤੋਂ ਹੀ ਪੰਥ ਦੇ ਵਿੱਚ ਨਹੀਂ ਦੇਖਿਆ ਗਿਆ ਸੀ। ਇਸ ਮੋਰਚੇ ਦੀ ਜੜ ਕਿਤੇ ਇਸ ਮੋਰਚੇ ਤੋਂ ਕੋਈ 10 ਸਾਲ ਪਹਿਲਾਂ ਅਨੰਦਪੁਰ ਸਾਹਿਬ ਦਾ ਮਤਾ ਨੂੰ ਬਣਾਉਣ ਦੀ ਇੱਕ ਸ਼ੁਰੂਆਤ ਹੋਈ ਸੀ, ਜਿਹੜੀ ਕਿ 1972 ਦੇ ਅਖੀਰਲੇ ਨਵੰਬਰ ਦਸੰਬਰ ਦੇ ਵਿੱਚ ਅਕਾਲੀ ਸਰਕਾਰ ਨੇ ਸਰਦਾਰ ਸੁਰਜੀਤ ਸਿੰਘ ਬਰਨਾਲਾ ਨੂੰ ਇਹ ਡਿਊਟੀ ਲਾਈ ਸੀ ਅਕਾਲੀ ਪਾਰਟੀ ਨੇ ਕਿ ਵੀ ਤੁਸੀਂ ਇੱਕ ਕੋਈ ਐਸਾ ਖਰੜਾ ਤਿਆਰ ਕਰੋ ਜਿਹਦੇ ਵਿੱਚ ਸਿੱਖਾਂ ਦੀਆਂ ਮੰਗਾਂ ਨਜ਼ਰ ਹੋਣ ਅਤੇ ਉਹਨਾਂ ਦੀਆਂ ਆਰਥਿਕ ਮੰਗਾਂ ਵੀ ਜਿਹਦੇ ਵਿੱਚ ਹੋਣ, ਉਹਨਾਂ ਦੀਆਂ ਗਰੀਵੈਂਸਿਸ ਕੀ ਆ ਉਹ ਵੀ ਹੋਣ। ਤਾਂ ਇਹ 10 ਸਾਲਾਂ ਦੇ ਵਿੱਚ ਐਸੀਆਂ ਕੀ ਘਟਨਾਵਾਂ ਵਾਪਰੀਆਂ, ਐਸਾ ਕੀ ਕੁਛ ਹੋਇਆ ਕਿ ਇਹ ਮਤਾ ਕੀ ਸੀ, ਇਹ ਮਤੇ ਤੋਂ ਬਾਅਦ ਐਸੀਆਂ ਕੀ ਘਟਨਾਵਾਂ ਵਾਪਰੀਆਂ ਕਿ ਵੀ ਇਸ ਜਗ੍ਹਾ 'ਤੇ ਆਪਾਂ ਆ ਖੜ੍ਹੇ ਹੋਏ ਕਿ ਇਹ ਧਰਮ ਯੁੱਧ ਮੋਰਚਾ ਸ਼ੁਰੂ ਕਰਨਾ ਪਿਆ। ਅਤੇ ਧਰਮ ਯੁੱਧ ਮੋਰਚੇ ਤੋਂ ਬਾਅਦ ਆਪਾਂ ਕਿਹੜੀਆਂ ਅਣਸੁਖਾਵੀਆਂ ਸਿਚੁਏਸ਼ਨਸ 'ਚੋਂ ਨਿਕਲਿਆ ਪੰਥ, ਉਸ ਤੋਂ ਤਾਂ ਆਪਾਂ ਜਾਣੂ ਹੀ ਹਾਂ। ਉਹ 10 ਸਾਲਾਂ ਦੀਆਂ ਘਟਨਾਵਾਂ ਦਾ ਜਿਹੜਾ ਇਹ ਦੇਖਣਾ ਹੈ ਕਿ ਵੀ ਕੀ ਉਹ ਐਡਹੌਕ ਘਟਨਾਵਾਂ ਸੀ ਜਾਂ ਸ਼ਖਸੀਅਤਾਂ ਨੇ ਹੀ ਉਹ ਕੁਛ ਐਸੇ ਸਟੈਪ ਲਏ ਜਾਂ ਉਹ 10 ਸਾਲਾਂ 'ਚ ਐਸਾ ਵਾਪਰੀ ਗਿਆ ਕਿ ਇਹ ਹੋਣਾ ਸੀ, ਜਾਂ ਉਹਦੀ ਜੜ ਕਿਤੇ ਪਿੱਛੇ ਪਈ ਸੀ, ਆਪਾਂ ਉਹ ਸਮਝਣਾ। ਮੈਂ ਤੁਹਾਨੂੰ ਇਸ ਵਾਸਤੇ ਤਕਰੀਬਨ 1920 ਦੇ ਆਸ-ਪਾਸ ਦੇ ਪੀਰੀਅਡ 'ਚ ਆਪਾਂ ਗੱਲ ਸ਼ੁਰੂ ਕਰਦੇ ਹਾਂ। 1920 ਦੇ ਆਸ-ਪਾਸ ਸਿੱਖ ਜਿਹੜੇ ਸੀ ਉਹਨਾਂ ਦੇ ਵਿੱਚ ਇੱਕ ਬਹੁਤ ਹੀ ਜਾਗਰੂਕਤਾ ਆ ਗਈ ਸੀ। ਉਹਨਾਂ ਗੁਰਦੁਆਰਾ ਸੁਧਾਰ ਲਹਿਰ ਨਾਮ ਦੀ ਇੱਕ ਲਹਿਰ ਚੱਲੀ ਸੀ, ਜਿਹੜਾ ਕਿ ਗੁਰੂ ਸਿੰਘ ਸਭਾ ਦੀਆਂ ਟੀਚਿੰਗਸ 'ਚੋਂ ਜਾਂ ਉਸ ਅਵੇਅਰਨੈਸ ਜੋ ਜਾਗੀ ਸੀ ਉਹਦੇ ਵਿੱਚੋਂ ਨਿਕਲੀ ਸੀਗੀ। ਗੁਰਦੁਆਰਾ ਸੁਧਾਰ ਲਹਿਰ ਜਿਹੜੀ ਸੀ ਉਹਨੇ ਉਹਦੇ ਵਿੱਚੋਂ ਸਿੱਖਾਂ ਨੂੰ 2 ਪ੍ਰਾਪਤੀਆਂ ਹੋਈਆਂ। ਇੱਕ ਤਾਂ ਉਹਨਾਂ ਨੂੰ ਇੱਕ ਇੰਸਟੀਟਿਊਸ਼ਨ ਮਿਲਿਆ ਜਿਹਨੂੰ ਆਪਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਹਿੰਦੇ ਹਾਂ। ਇੱਕ ਉਹਦੇ ਵਿੱਚੋਂ ਪਾਰਟੀ ਨਿਕਲ ਕੇ ਆਈ ਜਿਹਨੂੰ ਆਪਾਂ ਸ਼੍ਰੋਮਣੀ ਅਕਾਲੀ ਦਲ ਕਹਿੰਦੇ ਹਾਂ। ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੀ ਉਹਦਾ ਜਿਹੜਾ ਮੇਨ ਉਹ ਗੁਰਦੁਆਰਿਆਂ ਦੀ ਸਾਂਭ ਸੰਭਾਲ ਅਤੇ ਪ੍ਰਚਾਰ ਦਾ ਉਹਦਾ ਟੀਚਾ ਸੀ। ਹਿਸਟੋਰਿਕ ਗੁਰਦੁਆਰੇ ਉਹਦੇ ਨਾਲ ਸਾਂਭੇ ਜਾਣੇ ਸੀਗੇ। ਅਤੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਸੀਗਾ ਉਹਨੇ ਸਿੱਖਾਂ ਦੇ ਜਿਹੜੇ ਮੁਫਾਦ ਹੈਗੇ ਆ ਉਹਨਾਂ ਨੂੰ ਆਪਣਾ ਡਿਫਾਈਨ ਕਰਨਾ ਸੀ। ਫਿਰ ਉਹਨਾਂ ਇੰਟਰਸਟ ਨੂੰ ਡਿਫਾਈਨ ਕਰਨ ਤੋਂ ਬਾਅਦ ਉਹਨਾਂ ਦਾ ਬਿਆਨ ਕਰਨਾ ਸੀ ਅਤੇ ਉਹਨਾਂ ਨੂੰ ਸੁਰੱਖਿਅਤ ਰੱਖਣਾ ਸੀ। ਤਾਂ ਮੋਟੇ ਤੌਰ 'ਤੇ ਆਪਾਂ ਦੇਖੀਏ ਤਾਂ 1920, 22 ਜਾਂ 25 ਤੱਕ ਸਿੱਖਾਂ ਕੋਲੇ ਇੱਕ ਰਾਜਨੀਤਿਕ ਸਿਸਟਮ ਉਹਨਾਂ ਨੇ ਆਪਦਾ ਸਿਰਜ ਲਿਆ ਸੀ। ਜੋ ਉਹ ਰਾਜਨੀਤਿਕ ਸਿਸਟਮ ਸਿਰਜਣ ਨਾਲ ਜਿਹੜਾ ਪੰਥ ਆ ਉਹ ਨੈਸ਼ਨਲਿਜ਼ਮ ਦੇ ਉਸ ਸਹੀ ਵਿੱਚ ਇੱਕ ਕੌਮ ਦੇ ਰੂਪ 'ਚ ਉੱਭਰ ਚੁੱਕਿਆ ਸੀ। ਕੌਮ ਇੱਕ ਬਹੁਤ ਲੂਜ਼ਲੀ ਡਿਫਾਈਨਡ ਵਰਡ ਆ, ਜਿਹਨੂੰ ਕਿਤੇ ਆਪਾਂ ਕਮਿਊਨਿਟੀ ਦੇ ਤੌਰ 'ਤੇ ਵੀ ਯੂਜ਼ ਕਰ ਲੈਂਦੇ ਹਾਂ ਅਤੇ ਕਿਤੇ ਨੇਸ਼ਨ ਦੇ ਤੌਰ 'ਤੇ ਵੀ ਯੂਜ਼ ਕਰ ਲੈਂਦੇ ਹਾਂ। ਪਰ ਇਸ ਸਮੇਂ ਸਿੱਖਾਂ ਦੇ ਵਿੱਚ ਇੱਕ ਨੈਸ਼ਨਲਿਸਟਿਕ ਫੀਲਿੰਗ ਆ ਚੁੱਕੀ ਸੀ। ਉਹ ਇੱਕ ਕੌਮ ਦੇ ਰੂਪ 'ਚ ਆਪਦੇ ਆਪ ਨੂੰ ਵਿਚਰਨ ਲੱਗ ਗਏ ਸੀਗੇ। ਅਤੇ ਉਸ ਕੌਮ ਦੇ ਜਿਹੜੇ ਜੋ ਇੱਕ ਨੇਸ਼ਨ ਦੇ ਵਿੱਚ ਐਟਰੀਬਿਊਟਸ ਹੋਣੇ ਚਾਹੀਦੇ ਆ ਜਾਂ ਉਹਦੇ ਹੋਣਾ ਚਾਹੀਦਾ, ਉਹ ਉਹਦੇ ਕੋਲੇ ਤਕਰੀਬਨ ਸਾਰੇ ਸੀ। ਇੱਕ ਤਾਂ ਏਕਾ ਸੀ ਸਾਰਿਆਂ ਦੇ ਵਿੱਚ, ਇੱਕ ਉਹਨਾਂ ਕੋਲ ਇੱਕ ਰਾਜਨੀਤਿਕ ਸਿਸਟਮ ਸੀ, ਉਹਨਾਂ ਦੀ ਕਾਮਨ ਹਿਸਟਰੀ ਸੀ, ਉਹਨਾਂ ਦੀ ਕਾਮਨ ਮਿਥਸ ਸੀਗੀਆਂ, ਆਪਦੀਆਂ ਇਤਿਹਾਸ ਸੀ ਆਪਦਾ ਕਾਮਨ। ਇਤਿਹਾਸ ਤੋਂ ਇਲਾਵਾ ਉਹਨਾਂ ਦੀ ਆਈਡੀਓਲੋਜੀ, ਸੋਚ, ਉਹਨਾਂ ਦਾ ਇੱਕ ਥੋਟ ਪ੍ਰੋਸੈਸ ਸੀ ਕਾਮਨ। ਪਰ ਉਸ ਕੌਮ ਦੇ ਵਿੱਚ ਕੁਛ ਕਮੀਆਂ ਅਤੇ ਕੁਛ ਕਾਣ ਵੀ ਸੀਗੇ। ਕਮੀ ਇਹ ਸੀ ਕਿ ਇੱਕ ਕੌਮ ਵਾਸਤੇ ਇੱਕ ਹੋਮਲੈਂਡ ਹੋਣਾ ਜ਼ਰੂਰੀ ਹੁੰਦਾ, ਇੱਕ ਟੈਰੀਟੋਰੀਅਲ ਬੇਸ ਹੋਣੀ ਜ਼ਰੂਰੀ ਹੁੰਦੀ ਆ। ਸਿੱਖ ਇੱਕ ਬਹੁਤ ਵੱਡੇ ਖਿੱਤੇ ਦੇ ਵਿੱਚ ਖਿੰਡਰੇ ਪੁੰਡਰੇ ਹੋਏ ਸੀਗੇ, ਕਿਤੇ ਵੀ ਇਕੱਠੇ ਨਹੀਂ ਸੀ, ਉਹਨਾਂ ਕੋਲ ਕੋਈ ਹੋਮਲੈਂਡ ਨਾਂ ਦੀ ਚੀਜ਼ ਨਹੀਂ ਸੀ। ਦੂਸਰੀ, ਉਸ ਕੌਮ ਕੋਲ ਇੱਕ ਐਕਸਕਲੂਸਿਵ ਜ਼ੁਬਾਨ ਜਾਂ ਐਕਸਕਲੂਸਿਵ ਲੈਂਗੁਏਜ ਹੋਣੀ ਚਾਹੀਦੀ ਆ। ਸਿੱਖਾਂ ਕੋਲ ਪੰਜਾਬੀ ਸੀ, ਪਰ ਪੰਜਾਬੀ ਉਸ ਟਾਈਮ ਹਿੰਦੂਆਂ ਦੀ ਜ਼ੁਬਾਨ ਵੀ ਸੀ ਇਸ ਖਿੱਤੇ 'ਚ ਵਸਦਿਆਂ ਦੀ, ਅਤੇ ਮੁਸਲਮਾਨਾਂ ਦੀ ਜ਼ੁਬਾਨ ਵੀ ਸੀ। ਅਤੇ ਇਹ 2 ਚੀਜ਼ਾਂ ਤਾਂ ਕਮੀਆਂ ਸੀ। ਪਰ ਇੱਕ ਇਸ ਕੌਮ ਦੇ ਵਿੱਚ ਬਹੁਤ ਵੱਡੀ ਕਾਣ ਸੀ ਕਿ ਇਹ ਆਪਦੀਆਂ ਜਿਹੜੀਆਂ ਆਈਡੀਓਲੋਜੀਕਲ ਟੀਚਿੰਗ ਸੀਗੀਆਂ ਗੁਰੂਆਂ ਦੀਆਂ, ਉਹਦੇ ਵਿੱਚ ਇਹ ਇਕੱਠੇ ਤਾਂ ਸੀ,
ਪਰ ਇਹ ਇੱਕ ਸਾਰਤਾ ਹੈ ਨਹੀਂ ਸੀ। ਇਹਨਾਂ ਦੇ ਵਿੱਚ ਆਪਦੀਆਂ ਦਰਾਰਾਂ ਸੀਗੀਆਂ ਜਿਹੜੀਆਂ ਕਿ ਹਿੰਦੂ ਕਾਸਟ ਸਿਸਟਮ ਦੀਆਂ ਦਰਾਰਾਂ ਹਲੇ ਵੀ ਇਹਨਾਂ ਦੇ ਵਿੱਚ ਪਾਈਆਂ ਜਾਂਦੀਆਂ ਸੀ। ਇਹ ਚੀਜ਼ਾਂ ਤੁਸੀਂ ਨੋਟ ਕਰਿਓ, ਇਹ ਆਪਾਂ ਵੇਖਾਂਗੇ ਕਿ ਇਹਨਾਂ ਚੀਜ਼ਾਂ ਨੇ ਅੱਗੇ ਜਾ ਕੇ ਆਪਣੇ ਤੇ ਕੀ ਅਸਰ ਪਾਏ। ਇਸੇ ਤਰ੍ਹਾਂ ਉਹਨਾਂ ਦਿਨਾਂ ਦੇ ਵਿੱਚ ਹੀ ਇੱਕ ਹੋਰ ਵੀ ਲਹਿਰ ਉੱਠੀ ਸੀ ਜਿਹੜੀ ਕਿ ਜਿਹਨੂੰ ਆਪਾਂ ਸਵਰਾਜ ਮੂਵਮੈਂਟ ਕਹਿੰਦੇ ਆ, ਕਿ ਪੂਰਨ ਰਾਜ ਹਿੰਦੁਸਤਾਨ ਦੇ ਵਿੱਚ ਲੈਣ ਦੀ। ਉਹਨਾਂ ਲੋਕਾਂ ਦਾ ਇੱਕ ਸੁਪਨਾ ਸੀ ਕਿ ਵੀ ਆਈਡੀਆ ਆਫ ਇੰਡੀਆ ਸੀਗਾ ਇੱਕ, ਕਿ ਹਿੰਦੁਸਤਾਨ ਅਸੀਂ ਕਿਸ ਤਰੀਕੇ ਦਾ ਸਿਰਜਣਾ ਹੈ। ਉਹ ਜਿਹੜੇ ਲੋਕ ਸੀ ਉਹ ਇੱਕ ਐਲੀਟ ਐਜੂਕੇਟਿਡ ਕਲਾਸ ਸੀ ਅਤੇ ਉਹਦੇ ਰਹਿਨੁਮਾ ਸੀਗੇ ਜਿਹੜੇ, ਅਤੇ ਉਹਨਾਂ ਦੇ ਪਿੱਛੇ ਇੱਕ ਬਹੁਤ ਵੱਡੀ ਸੰਸਥਾ ਸੀ ਜਿਹਨੂੰ ਆਪਾਂ ਕਾਂਗਰਸ ਕਹਿੰਦੇ ਹਾਂ, ਜਿਹਨੂੰ ਆਜ਼ਾਦੀ ਦੀ ਲੜਾਈ ਕਿਹਾ ਜਾਂਦਾ ਹੈ, ਕਿ ਭਾਰਤ ਦੀ ਆਜ਼ਾਦੀ ਵਾਸਤੇ ਲੜ ਰਹੇ ਸੀ। ਉਹ ਸਵਰਾਜ ਲੈਣਾ ਚਾਹੁੰਦੇ ਸੀ ਅਤੇ ਉਹਨਾਂ ਦਾ ਵੀ ਇੱਕ ਆਈਡੀਆ ਸੀ ਇੰਡੀਆ ਦਾ। ਉਹ ਆਈਡੀਆ ਜਿਹੜਾ ਇੰਡੀਆ ਦਾ ਸੀ ਉਹ ਕੁਛ ਹੱਦ ਤੱਕ ਮਾਡਰਨ ਵੀ ਸੀ ਅਤੇ ਉਹਦੇ ਵਿੱਚ ਕੁਛ ਅੰਸ਼ ਮਾਡਰਨਿਟੀ ਦੇ ਨਹੀਂ ਵੀ ਸੀ। ਉਹ ਜਿਹੜਾ ਆਈਡੀਆ ਸੀ ਇੰਡੀਆ ਦਾ, ਉਹ ਤਕਰੀਬਨ ਉਹਨਾਂ ਨੇ ਬ੍ਰਿਟਿਸ਼ ਸਟੇਟ ਤੋਂ ਹੀ, ਜਿਹੜੀ ਉਹ ਸਟੇਟ ਤੋਂ ਜਿਹਦੇ ਵਿੱਚੋਂ ਨਿਕਲਣਾ ਚਾਹੁੰਦੇ ਸੀ ਜਾਂ ਜਿਸ ਰਾਜ 'ਚੋਂ ਨਿਕਲਣਾ ਚਾਹੁੰਦੇ ਸੀ, ਤਕਰੀਬਨ ਉਹਦੇ ਵਿੱਚੋਂ ਹੀ ਚੱਕਿਆ ਸੀ। ਉਸੇ ਤਰੀਕੇ ਦਾ ਰੈਵਨਿਊ ਮਾਡਲ ਸੀ, ਉਸੇ ਤਰੀਕੇ ਨਾਲ ਟੈਕਸ ਲੱਗਣਾ ਸੀ, ਉਸੇ ਤਰੀਕੇ ਨਾਲ ਹੀ ਸਟੇਟ ਨੇ ਰਨ ਹੋਣਾ ਸੀ, ਉਸੇ ਤਰੀਕੇ ਨਾਲ ਹੀ ਲਾਅ ਐਂਡ ਆਰਡਰ ਉੱਥੇ ਚੱਲਣਾ ਸੀ। ਪਰ ਉਹਦੇ ਵਿੱਚ ਇੱਕ ਬੁਨਿਆਦੀ ਡਿਫਰੈਂਸ ਸੀਗਾ। ਹਾਲਾਂਕਿ ਇਹ ਜਿਹੜੀ ਸਟੇਟ ਸੀ ਇਹਦੇ ਵਿੱਚ ਇੱਕ ਬਹੁਤ ਬੁਨਿਆਦੀ ਇੱਕ ਡਿਫਰੈਂਸ ਸੀ ਕਿ ਇਹ ਉਸ ਖਿੱਤੇ ਨੂੰ, ਜਿਹੜਾ ਰਾਜ ਸੀ, ਜਿਹੜਾ ਐਮਪਾਇਰ ਸੀ ਬ੍ਰਿਟਿਸ਼ਰਸ ਦਾ, ਉਹਨੂੰ ਇਹ ਨੇਸ਼ਨ ਦੇ ਰੂਪ 'ਚ ਬਦਲਣਾ ਚਾਹੁੰਦੀ ਸੀ, ਇੱਕੋ ਕੌਮ ਦੇ ਰੂਪ 'ਚ ਬਦਲਣਾ ਚਾਹੁੰਦੀ ਸੀ। ਤਾਂ ਉਹ ਜਦੋਂ ਇੱਕੋ ਕੌਮ ਦੇ ਰੂਪ 'ਚ ਆਪਾਂ ਇੱਕ ਖਿੱਤੇ ਨੂੰ ਬਦਲਣਾ ਚਾਹੁੰਦੇ ਸੀ ਤਾਂ ਉਹ ਇੱਕ ਸਾਰਤਾ ਸਾਰਿਆਂ ਦੇ ਵਿੱਚ ਹੀ ਉਸ ਖਿੱਤੇ 'ਚ ਲਿਆਉਣਾ ਚਾਹੁੰਦੇ ਸੀ। ਇੱਕ ਸਾਰਤਾ ਉਹਨਾਂ ਦਾ ਫਿਰ ਇੱਕ ਉਹਨਾਂ ਨੇ ਪ੍ਰਿੰਸੀਪਲ ਲਾਂਚ ਕੀਤਾ, ਕਿਹਾ ਕਿ ਵੀ ਇਹ ਇੱਕ ਮਾਡਰਨ ਸਟੇਟ ਹੋਊਗੀ ਜਿਹੜੀ ਸੈਕੂਲਰ ਸਟੇਟ ਹੋਊਗੀ, ਜਿਹੜੀ ਹਰ ਇੱਕ ਆਦਮੀ ਨੂੰ ਬਰਾਬਰ ਦੇਖੂਗੀ, ਇਰਰਿਸਪੈਕਟਿਵ ਆਫ ਰਿਲੀਜਨ, ਕਾਸਟ, ਕ੍ਰੀਡ, ਸਾਰਿਆਂ ਨੂੰ ਬਰਾਬਰ ਦੇਖਿਆ ਜਾਊਗਾ। ਪਰ ਇਹਦੀ ਜਿਹੜੀ ਸੈਕੂਲਰਿਜ਼ਮ ਸੀ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਕਾਣ ਸੀ, ਜਾਂ ਉਹ ਜੋ ਬੋਲਿਆ ਗਿਆ ਸੀ ਉਹ ਸੈਕੂਲਰਿਜ਼ਮ ਨਹੀਂ ਸੀ। ਆਮ ਤੌਰ 'ਤੇ ਜਿਹੜਾ ਸੈਕੂਲਰਿਜ਼ਮ ਹੁੰਦਾ ਉਹਦੇ ਵਿੱਚ ਤਿੰਨ ਚੀਜ਼ਾਂ ਹੈ, ਇੱਕ ਧਰਮ, ਇੱਕ ਸਟੇਟ ਅਤੇ ਇੱਕ ਇੰਡੀਵਿਜੂਅਲ। ਜਿੱਥੇ ਧਰਮ ਦਾ ਅਤੇ ਇੰਡੀਵਿਜੂਅਲ ਦਾ ਰਿਸ਼ਤਾ ਹੈ ਉਹਦੇ ਵਿੱਚ ਸਟੇਟ ਨਹੀਂ ਇੰਟਰਫੀਅਰ ਕਰਦੀ, ਜਿੱਥੇ ਸਟੇਟ ਦਾ ਅਤੇ ਇੰਡੀਵਿਜੂਅਲ ਦਾ ਰਿਸ਼ਤਾ ਹੈ ਉੱਥੇ ਧਰਮ ਨਹੀਂ ਇੰਟਰਫੇਅਰ ਕਰਦਾ, ਅਤੇ ਧਰਮ ਅਤੇ ਸਟੇਟ ਬਿਲਕੁਲ ਵੱਖ ਹੁੰਦੀਆਂ। ਇਹ ਹੈ ਵੈਸਟਰਨ ਮਾਡਲ ਜਿਹੜਾ ਇਸ ਟਾਈਮ ਆਪਣੇ ਕੋਲੇ ਸੈਕੂਲਰਿਜ਼ਮ ਦਾ ਹੈ। ਪਰ ਜਿਹੜਾ ਸੈਕੂਲਰਿਜ਼ਮ ਇਸ ਆਈਡੀਆ ਆਫ ਇੰਡੀਆ ਦੇ ਵਿੱਚ ਸੀ ਉਹ ਸੀ ਸਰਵ ਧਰਮ ਸੰਭਵ, ਕਿ ਸਾਰੇ ਧਰਮ ਹੀ ਸੰਭਵ ਆ, ਸਭ ਨੂੰ ਅਸੀਂ ਰਿਸਪੈਕਟ ਦੇਵਾਂਗੇ। ਰਿਸਪੈਕਟ ਦਾ ਮਤਲਬ ਇਹ ਨਹੀਂ ਸੀ ਕਿ ਸਾਰੇ ਬਰਾਬਰ ਹੋਣਗੇ, ਉਹਨਾਂ ਦੀ ਦੂਰੀ ਜਿਹੜੀ ਸੀ ਰਾਜ ਕਰਦੀ ਸੱਤਾ ਦੇ ਵਿੱਚ ਜਿਹੜੇ ਲੋਕ ਸੀ ਉਹਨਾਂ ਨਾਲੋਂ ਵੱਖ-ਵੱਖ ਹੋ ਸਕਦੀ ਆ। ਉਹਦਾ ਬਾਅਦ ਦੇ ਵਿੱਚ परिणाम ਵੀ ਦੇਖੇ ਆਪਾਂ ਉਹ ਕਿਵੇਂ ਹੋਇਆ। ਪਰ ਇਹਦੇ ਵਿੱਚ ਇੱਕ ਕਮੀ ਹੋਰ ਸੀ ਕਿ ਇਹ ਹਲੇ ਇੱਕ ਸਾਰਤਾ ਨਹੀਂ ਆਈ ਸੀ ਅਤੇ ਇਹਨੂੰ ਨੇਸ਼ਨ ਬਣਾਉਣ ਦੀ ਲੋੜ ਸੀ। ਤਾਂ ਜਿਵੇਂ ਸਿੱਖਾਂ ਦੀ ਕੌਮ ਦੇ ਵਿੱਚ ਉਸ ਸਮੇਂ ਦੇ ਪੋਲੀਟੀਕਲ ਸਿਸਟਮ ਜਾਂ ਕੌਮ ਬਣਨ ਦੇ ਵਿੱਚ ਦੋ ਕਮੀਆਂ ਸੀ, ਜਿਵੇਂ ਮੈਂ ਕਿਹਾ ਕਿ ਇੱਕ ਤਾਂ ਉਹਨਾਂ ਕੋਲ ਹੋਮਲੈਂਡ ਨਹੀਂ ਸੀ, ਇੱਕ ਉਹਨਾਂ ਕੋਲੇ ਆਪਦੀ ਐਕਸਕਲੂਸਿਵ ਜ਼ੁਬਾਨ ਨਹੀਂ ਸੀ, ਅਤੇ ਪਰ ਕਾਣ ਸੀ ਕਿ ਵੀ ਉਹ ਆਪਦੀ ਜੋ ਗੁਰੂਆਂ ਦਾ ਸਿਖਾਇਆ ਰਾਹ ਸੀ ਉਸ ਹਿਸਾਬ ਨਾਲ, ਜਾਂ ਆਈਡੀਓਲੋਜੀਕਲ ਬੇਸ ਜਿਸ ਦੇ ਉੱਤੇ ਉਹ ਖੜ੍ਹਾ ਹੋਣਾ ਚਾਹੁੰਦੇ ਸੀ ਉਸ ਤਰੀਕੇ ਦੀ ਇੱਕ ਸਾਰਤਾ ਨਹੀਂ ਸੀ, ਇਕੱਠੇ ਜ਼ਰੂਰ ਸੀ। ਉਸੇ ਤਰ੍ਹਾਂ ਇਸ ਨੇਸ਼ਨ ਦੇ ਵਿੱਚ ਵੀ ਇੱਕ ਤਾਂ ਇਹ ਨੇਸ਼ਨ ਹੀ ਨਹੀਂ ਸੀਗਾ, ਹਲੇ ਇੱਕ ਕੌਮ ਨਹੀਂ ਬਣੀ ਸੀਗੀ ਕਿਸੇ ਰੂਪ 'ਚ, ਇੱਕ ਖਿੱਤਾ ਸੀਗਾ ਇਹਨਾਂ ਕੋਲੇ। ਖਿੱਤੇ ਤੋਂ ਇਲਾਵਾ ਇਹਨਾਂ ਕੋਲੇ ਇਹਨਾਂ ਦਾ ਜੋ ਢਾਂਚਾ ਸੋਚਿਆ ਸੀ ਉਸ ਢਾਂਚੇ ਦੇ ਵਿੱਚ ਉਹਨਾਂ ਨੇ ਜੋ ਬੋਲ ਰਹੇ ਸੀ ਉਸੇ ਤਰ੍ਹਾਂ ਉਹਨਾਂ ਦੇ ਵਿੱਚ ਇੱਕ ਕਾਣ ਸੀ, ਜਿਹਨੂੰ ਆਪਾਂ ਕਹਿ ਸਕਦੇ ਹਾਂ ਕੋਈ ਸੈਕੂਲਰ ਬੋਲਦੇ ਸੀ ਪਰ ਉਹ ਸੈਕੂਲਰ ਸੀ ਨਹੀਂ। ਆਪਦੇ ਕੰਮਕਾਰ ਦੇ ਵਿੱਚ ਧਰਮ ਦੇ ਵਿੱਚ ਸਰਕਾਰ ਦੀ ਇੰਟਰਫੇਰੈਂਸ ਸੀ। ਇਹ ਦੋਨੇ ਲਹਿਰਾਂ ਤਕਰੀਬਨ ਨਾਲ ਚੱਲੀਆਂ, ਅਤੇ ਇੱਕ ਪੁਆਇੰਟ ਦੇ ਉੱਤੇ ਆ ਕੇ ਜਦੋਂ ਅਕਾਲੀਆਂ ਨੇ ਇਸ ਇੱਕ ਨਹਿਰੂ ਰਿਪੋਰਟ ਛਪੀ ਜਿਹਦੇ ਵਿੱਚ ਜਿਹੜਾ ਪਹਿਲਾਂ ਵਾਲਾ ਮੈਥਡ ਸੀ ਜਿਸ 'ਤੇ ਅੰਗਰੇਜ਼ ਇੱਥੇ ਰਾਜ ਕਰਦੇ ਸੀ ਜਾਂ ਨੁਮਾਇੰਦਗੀ ਦਿੰਦੇ ਸੀ, ਉਹ ਹਰੇਕ ਰਿਪਰੈਜ਼ੈਂਟੇਟਿਵ ਇਲੈਕਟੋਰੇਟ ਸੀਗੀ ਕਿ ਇਸ ਧਰਮ ਦੇ ਇੰਨੇ, ਇਸ ਧਰਮ ਦੇ ਇੰਨੇ, ਇਸ ਧਰਮ ਦੇ ਇੰਨੇ, ਉਸ ਨੂੰ ਨਹਿਰੂ ਰਿਪੋਰਟ ਦੇ ਵਿੱਚ ਰਿਜੈਕਟ ਕਰ ਦਿੱਤਾ ਗਿਆ। ਇਸ 'ਤੇ ਅਕਾਲੀਆਂ ਨੇ ਖਦਸ਼ਾ ਉਠਾਇਆ ਤਾਂ ਉਸ ਟਾਈਮ ਉਸ ਰਿਪੋਰਟ ਪਾਸ ਕਰ ਦਿੱਤੀ ਗਈ, ਬਟ ਇਹ ਇੱਕ ਤਰ੍ਹਾਂ ਦੀ ਅਸ਼ੋਰੈਂਸ ਦਿੱਤੀ ਗਈ ਕਿ ਵੀ ਅਸੀਂ ਕੋਈ ਵੀ ਐਸਾ ਕੌਨਸਟੀਟਿਊਸ਼ਨ ਨਹੀਂ ਬਣਾਵਾਂਗੇ ਜਿਹੜਾ ਸਿੱਖਾਂ ਨੂੰ ਜਾਂ ਹੋਰ ਮਾਈਨੋਰਟੀਜ਼ ਨੂੰ ਪਸੰਦ ਨਹੀਂ ਹੋਊਗਾ। ਪਰ ਇਹ ਵਰਬਲ ਗੱਲਾਂ ਸੀ। ਇਸ ਤੋਂ ਇਲਾਵਾ ਪੰਡਿਤ ਜਵਾਹਰ ਲਾਲ ਨਹਿਰੂ ਨੇ ਇਹ ਗੱਲ ਕਹੀ ਕਿ ਸਾਨੂੰ ਕੋਈ ਫਰਕ ਨਹੀਂ ਪੈਂਦਾ ਜੇ ਨਾਰਥ ਵੈਸਟ ਦੇ ਕਿਸੇ ਇਲਾਕੇ ਦੇ ਵਿੱਚ ਸਿੱਖ ਆਪਦੀ ਆਜ਼ਾਦੀ ਦਾ ਗਲੋ ਮਾਣ ਸਕਣ। ਸਿੱਖਾਂ ਨੇ ਸ਼ਾਇਦ ਇਸ ਨੂੰ ਇੱਕ ਤਰ੍ਹਾਂ ਦਾ ਆਪਦਾ ਹੋਮਲੈਂਡ ਦਾ ਸੁਪਨਾ ਹੀ ਸਮਝਿਆ,
ਇਹ ਦੋਨੇ ਇਕੱਠੇ ਰਾਹ ਤੇ ਚੱਲ ਪਏ। ਆਜ਼ਾਦੀ ਆਈ, ਆਜ਼ਾਦੀ ਆਉਣ ਦੇ ਬਾਅਦ ਇਹ ਦੋਨਾਂ ਦਾ ਇੱਕ ਜਦੋਂ ਕੌਂਸਟੀਟਿਊਸ਼ਨ ਬਣਿਆ ਤਾਂ ਇਹ ਜਿਹੜਾ ਟਕਰਾਵ ਸੀ ਜਾਂ ਦੋਨਾਂ ਦੀ ਆਈਡੀਓਲੋਜੀਕਲ ਟਕਰਾਵ ਸੀਗਾ ਜਾਂ ਉਹ ਬਿਲਕੁਲ ਸਰਫੇਸ ਤੇ ਆ ਗਿਆ। ਇੱਕ ਪਾਸੇ ਤਾਂ ਨੇਸ਼ਨ ਸਟੇਟ ਬਣਾਉਣ ਵਾਸਤੇ ਤੁਹਾਨੂੰ ਇੰਡੀਵਿਜੂਅਲਾਈਜ਼ ਕਰਨਾ ਬੜਾ ਜ਼ਰੂਰੀ ਸੀ, ਤੁਹਾਨੂੰ ਇੱਕ ਸਿੰਗਲ ਐਂਟੀਟੀ ਹੋਣੀ ਚਾਹੀਦੀ ਸੀ ਤੁਸੀਂ ਜਿਹਦਾ ਸਟੇਟ ਨਾਲ ਡਾਇਰੈਕਟ ਰਿਲੇਸ਼ਨਸ਼ਿਪ ਹੋਵੇ। ਦੂਸਰੇ ਪਾਸੇ ਸਿੱਖ ਇੱਕ ਕਮਿਊਨਿਟੀ ਸੀ ਜਿਹੜੀ ਇਹ ਕਹਿੰਦੀ ਸੀ ਵੀ ਕਿ ਸਾਡੇ ਨਾਲ ਐਜ਼ ਅ ਧਿਰ ਡੀਲ ਕਰੋ ਤੁਸੀਂ। ਤਾਂ ਉਸ ਕੇਸ ਦੇ ਵਿੱਚ ਪਹਿਲਾ ਝਟਕਾ ਜਿਹੜਾ ਲੱਗਿਆ ਉਹ ਇਹ ਲੱਗਿਆ ਕਿ ਉਹਨਾਂ ਨੇ ਜਿਹੜੀ ਸੈਕੂਲਰ ਆਪਦੇ ਆਪ ਨੂੰ ਪਰਿਭਾਸ਼ਿਤ ਕੀਤਾ ਸੀਗਾ, ਉਹ ਸੈਕੂਲਰ ਹੋਣ ਦੀ ਬਜਾਏ ਉਹਨਾਂ ਨੇ ਸਭ ਤੋਂ ਪਹਿਲਾਂ ਸਿੱਖਾਂ ਨੂੰ ਇਹ ਡਿਫਾਈਨ ਕਰਤਾ ਕਿ ਵੀ ਤੁਸੀਂ ਹਿੰਦੂਆਂ ਦਾ ਇੱਕ ਵਰਗ। ਦੂਸਰੀ ਚੀਜ਼ ਜਿਹੜੀ ਉਹਨਾਂ ਨੇ ਡਿਫਾਈਨ ਕੀਤੀ ਕਿ ਹਿੰਦੂ ਮੈਰਿਜ ਐਕਟ ਆਪਣੇ ਤੇ ਕਰਤਾ। ਹਾਲਾਂਕਿ ਉਦੋਂ ਪਹਿਲਾਂ ਬਹੁਤ ਘਾਲਣਾ ਕਰਕੇ ਚੀਫ ਖਾਲਸਾ ਦੀਵਾਨ ਨੇ ਹੋਰ ਸਿੱਖਾਂ ਦੀਆਂ ਘਾਲਨਾਵਾਂ ਨੇ ਆਪਣਾ ਆਨੰਦ ਮੈਰਿਜ ਐਕਟ ਪਾਸ ਕਰਾ ਲਿਆ ਸੀ, ਪਰ ਉਹ ਇਸ ਪਹਿਲੀ ਇੰਟਰਫੇਰੈਂਸ ਸ਼ੁਰੂ ਹੋ ਗਈ। ਇਹ ਇੰਟਰਫੇਰੈਂਸ ਇਕੱਲੀ ਸਿੱਖਾਂ ਦੇ ਵਿੱਚ ਨਹੀਂ ਸੀ, ਉਹਨਾਂ ਨੇ ਆਪ ਹੋਰ ਧਰਮਾਂ ਦੇ ਵਿੱਚ ਵੀ ਕੀਤੀ, ਹਿੰਦੂਜ਼ਮ ਦੇ ਵਿੱਚ ਵੀ ਕੀਤੀ। ਉਹਨਾਂ ਨੇ ਦਲਿਤਾਂ ਵਾਸਤੇ ਜਿਵੇਂ ਮੰਦਿਰ ਖੋਲ੍ਹੇ ਤਾਂ ਉਹ ਪੋਜ਼ੀਟਿਵ ਬਾਇਸ ਦਿੱਤਾ ਉਹਨਾਂ ਨੂੰ, ਅਤੇ ਕਿਤੇ ਅੱਜ ਵੀ ਹੋ ਰਹੀ ਹੈ ਜਦੋਂ ਆਪਾਂ ਮੁਸਲਿਮਸ ਦੇ ਉੱਤੇ ਉਹਨਾਂ ਦਾ ਲਾਅ ਇਨੈਕਟ ਕਰ ਰਹੇ ਹੈਗੇ ਆ। ਤਾਂ ਇੱਕ ਤਰ੍ਹਾਂ ਗਵਰਨਮੈਂਟ ਦੀ ਇੱਕ ਉਹਦੇ ਇਲਾਵਾ ਗਵਰਨਮੈਂਟ ਦੀ ਇੱਕ ਰੈਗੂਲਰ ਇੰਟਰਫੇਰੈਂਸ ਵੀ ਰਿਲੀਜਨਸ ਦੇ ਵਿੱਚ ਰਹੀ। ਸੋ ਇਹ ਪੂਰੇ ਫਾਰਮ 'ਚ ਸੈਕੂਲਰ ਨਹੀਂ ਸੀ। ਇਹਦੇ ਇਲਾਵਾ ਜਦੋਂ ਅਗਲੀ ਗੱਲ ਜਿਹੜੀ ਉਹਨਾਂ ਨੇ ਕੀਤੀ ਉਹ ਇਹ ਕਿਹਾ ਕਿ ਵੀ ਅਸੀਂ ਜਿਹੜੀਆਂ ਸਟੇਟਸ ਦੀ ਰੀਆਰਗਨਾਈਜੇਸ਼ਨ ਆ ਉਹ ਧਰਮ ਦੇ ਆਧਾਰ 'ਤੇ ਨਹੀਂ ਕਰ ਸਕਦੇ। ਤਾਂ ਧਰਮ ਦੇ ਆਧਾਰ 'ਤੇ ਨਾ ਕਰਨ ਦਾ ਮਤਲਬ ਅਸੀਂ ਬੋਲੀ ਦੇ ਆਧਾਰ 'ਤੇ ਕਰਾਂਗੇ। ਜਦੋਂ ਬੋਲੀ ਦੇ ਆਧਾਰ 'ਤੇ ਉਹ ਡਿਫਾਈਨ ਹੋਣਾ ਸ਼ੁਰੂ ਹੋਇਆ ਤਾਂ ਜਿਹੜਾ ਸੁਪਨਾ ਅਕਾਲੀ ਪਾਰਟੀ ਲੈ ਕੇ ਚੱਲੀ ਸੀ ਕਿ ਵੀ ਨਾਰਥ ਵੈਸਟ ਦੇ ਵਿੱਚ ਕਿਤੇ ਸਿੱਖਾਂ ਨੂੰ ਗਲੋ ਆਫ ਫਰੀडम ਮਿਲੂਗਾ, ਉਹ ਚਕਨਾਚੂਰ ਹੁੰਦਾ ਨਜ਼ਰ ਆਇਆ। ਸੋ ਜਿਹੜੀ ਇਹ 1920 ਦੇ ਵਿੱਚ ਇੱਕ ਨੇਸ਼ਨ ਬਣਨ ਦੀ ਮੂਵਮੈਂਟ ਚੱਲੀ ਸੀ ਜਾਂ ਤੁਰੀ ਸੀ, ਉਹ ਉਹਨਾਂ ਨੂੰ ਉਹ ਸੁਪਨਾ ਬਲੌਕ ਹੁੰਦਾ ਨਜ਼ਰ ਆਇਆ ਅਤੇ ਆਈਡੀਆ ਆਫ ਇੰਡੀਆ ਪਣਪਦਾ ਨਜ਼ਰ ਆਇਆ। ਅਤੇ ਨੈਚੁਰਲ ਆ ਕਿ ਉਹਦੇ ਵਿੱਚ ਇੱਕ ਟਕਰਾਵ ਉਭਰਨਾ ਹੀ ਸੀ। ਉਹ ਟਕਰਾਵ 1951 'ਚ ਹੀ ਖੜਾ ਹੋ ਗਿਆ। ਉਹਦੇ ਵਿੱਚ ਉਸ ਟਕਰਾਵ ਦੇ ਵਿੱਚ ਇਹ ਹੋਇਆ ਕਿ ਵੀ ਸਿੱਖਾਂ ਨੇ ਉਹਨੂੰ ਸਿੱਖ ਅਕਾਲੀ ਦਲ ਨੇ ਇੱਕ ਤਰ੍ਹਾਂ ਕਾਮੋਫਲੈਜ ਡਿਮਾਂਡ ਮੰਗੀ ਕਿ ਸਾਨੂੰ ਚਲੋ ਜੇ ਤੁਸੀਂ ਉਹ ਨਹੀਂ ਕਰ ਸਕਦੇ ਸਾਨੂੰ ਪੰਜਾਬੀ ਸੂਬਾ ਦੇ ਦਿਓ। ਪੰਜਾਬੀ ਸੂਬਾ ਬਣਨ ਨਾਲ ਤਕਰੀਬਨ ਆਪਣਾ ਜਿਹੜਾ ਤਵਾਜ਼ਨ ਸੀ ਸਿੱਖਾਂ ਦਾ ਪੋਪੂਲੇਸ਼ਨ ਦੇ ਵਿੱਚ ਉਹ ਬੈਟਰ ਹੋ ਜਾਂਦਾ ਸੀ, ਤਾਂ ਤਕਰੀਬਨ ਉਹਨਾਂ ਦੀ ਹੋਮਲੈਂਡ ਦੀ ਡਿਮਾਂਡ ਕੁਝ ਹੱਦ ਤੱਕ ਸੈਟਿਸਫਾਈਡ ਹੋ ਜਾਂਦੀ ਸੀ। ਸੈਕੰਡਲੀ ਗੁਰਮੁਖੀ ਭਾਸ਼ਾ ਦੇ ਵਿੱਚ ਪੰਜਾਬੀ ਆਉਣ ਨਾਲ ਇੱਕ ਐਕਸਕਲੂਸਿਵ ਲੈਂਗੁਏਜ ਦੀ ਡਿਮਾਂਡ ਵੀ ਸੈਟਿਸਫਾਈ ਹੁੰਦੀ ਸੀ। ਇਸ ਦੇ ਉੱਤੇ ਸਭ ਤੋਂ ਪਹਿਲਾਂ ਸਰਵੇਜ਼ ਦੇ ਵਿੱਚ ਇਹਨੂੰ ਉਸ ਸਮੇਂ ਦੇ ਹਿੰਦੂਆਂ ਨੂੰ ਵੀ ਇਹ ਸਮਝਿਆ ਕਿ ਵੀ ਕਿਉਂਕਿ ਸਿੱਖ ਸਿੰਬਲਿਜ਼ਮਸ 'ਤੇ ਮੰਗੀਆਂ ਜਾ ਰਹੀਆਂ ਤਾਂ ਉਹਨਾਂ ਨੂੰ ਐਗਜ਼ਿਸਟੈਂਸ਼ੀਅਲ ਥ੍ਰੈਟ ਲੱਗੀ। ਤਾਂ ਉਹਨਾਂ ਨੇ ਉਦੋਂ ਬਾਅਦ ਕਮੇਟੀ ਨੇ ਵੀ ਇਹ ਕਿਹਾ ਕਿ ਨਹੀਂ ਜੀ ਪੰਜਾਬੀ ਦੇ ਵਿੱਚ ਅਤੇ ਹਿੰਦੀ ਦੇ ਵਿੱਚ ਕੋਈ ਖਾਸ ਲੰਬਾ ਚੌੜਾ ਗ੍ਰਾਮੈਟੀਕਲ ਡਿਫਰੈਂਸ ਨਹੀਂ। ਇਹ ਜਿਹੜਾ ਲੌਜਿਕ ਦਿੱਤਾ ਗਿਆ ਇਹ 1936 'ਚ ਗਾਂਧੀ ਨੇ ਵੀ ਦਿੱਤਾ ਸੀਗਾ ਕਿ ਵੀ ਹਿੰਦੀ ਤਾਂ ਪੰਜਾਬੀ ਤਾਂ ਇੱਕ ਉਪਭਾਸ਼ਾ ਹੈ ਹਿੰਦੀ ਦੀ। ਸੋ ਇੱਥੇ ਉਹ ਤਕਰੀਬਨ ਉਹ ਡਿਮਾਂਡ ਰੁਕ ਗਈ। ਉਹਦੇ ਬਾਅਦ ਇੱਕ ਵਰਤਾਰਾ ਹੋਰ ਵਾਪਰਿਆ, ਉਹ ਇਹ ਸੀਗਾ ਕਿ ਵੀ 1960 ਦੇ ਵਿੱਚ ਅਕਾਲੀ ਦਲ ਦੀ ਜਿਹੜੀ ਮਾਸਟਰ ਤਾਰਾ ਸਿੰਘ ਜਦੋਂ ਉਹਨਾਂ ਨੂੰ ਜੇਲ੍ਹ ਹੋਈ ਤਾਂ ਉਸ ਸਮੇਂ ਦੇ ਵਿੱਚ ਸੰਤ ਫਤਿਹ ਸਿੰਘ ਨੇ ਅਕਾਲੀ ਪਾਰਟੀ ਦੀ ਬਾਗਡੋਰ ਸੰਭਾਲ ਲਈ 1960 'ਚ। 1961 'ਚ ਅਕਾਲੀਆਂ ਨੇ ਫੇਰ ਆਖਿਆ ਕਿ ਅਸੀਂ ਸਿੱਖ ਇੰਟਰਸਟਸ ਦੇ ਵਾਸਤੇ ਕੰਮ ਕਰਾਂਗੇ ਅਤੇ 1960 ਤੋਂ ਬਾਅਦ ਜਦੋਂ 61 'ਚ ਜਦੋਂ ਸੰਤ ਫਤਿਹ ਸਿੰਘ ਨੇ ਬਾਗਡੋਰ ਸੰਭਾਲੀ ਤਾਂ ਉਹਨਾਂ ਨੇ ਪੰਜਾਬੀ ਸੂਬੇ ਦਾ ਮੋਰਚਾ ਸਿੱਖ ਸਿੰਬਲਿਜ਼ਮਸ ਤੋਂ ਹਟ ਕੇ ਲੈਂਗੁਏਜ ਦੇ ਉੱਤੇ ਬੇਸਡ ਕਰਕੇ ਲੜਨਾ ਸ਼ੁਰੂ ਕਰਤਾ, ਜਿਹਦੇ ਵਿੱਚ ਕਰਕੇ ਉਹਨਾਂ ਨੂੰ ਕੁਝ ਹਰਿਆਣੇ ਦੇ ਅਤੇ ਹਿਮਾਚਲ ਦੇ ਹਿੰਦੂਆਂ ਦਾ ਵੀ ਸਾਥ ਮਿਲ ਗਿਆ ਕਿਉਂਕਿ ਉਹ ਵੀ ਕਿਸੇ ਨਾ ਕਿਸੇ ਪੁਆਇੰਟ 'ਤੇ ਪ੍ਰੀਡੋਮੀਨੈਂਸ ਲੱਭ ਰਹੇ ਸੀ ਉਹਨਾਂ ਰੀਜਨਸ ਦੇ ਵਿੱਚ। 1960 ਦੇ ਅਖੀਰਲੇ ਦਹਾਕਿਆਂ 'ਚ ਇੱਕ ਹੋਰ ਚੀਜ਼ ਹੋਈ ਜਿਹਨੂੰ ਆਪਾਂ ਕਹਿੰਦੇ ਆ ਕਿ ਹਰਾ ਇਨਕਲਾਬ ਆ ਗਿਆ। ਹਰਾ ਇਨਕਲਾਬ ਆਉਣ ਦੇ ਨਾਲ ਜਿਹੜੀ ਆਪਣੇ ਸਿੱਖ ਕੌਮ ਦੇ ਵਿੱਚ ਇੱਕ ਕਾਣ ਸੀ ਜਿਹੜੀ ਆਪਾਂ ਨਹੀਂ ਜਿਸ 'ਤੇ ਧਿਆਨ ਦੇ ਰਹੇ ਸੀਗੇ ਕਿ ਆਪਣੇ 'ਚ ਆਪਾਂ ਇਕੱਠੇ ਜ਼ਰੂਰ ਸੀ ਪਰ ਆਪਣੇ 'ਚ ਇੱਕ ਸਾਰਤਾ ਹੈ ਨਹੀਂ ਸੀ, ਉਹ ਉੱਭਰ ਕੇ ਆਉਣੀ ਸ਼ੁਰੂ ਹੋ ਗਈ। ਪੰਜਾਬ ਦਾ ਜਿਹੜਾ ਲੈਂਡ ਓਨਿੰਗ ਰੂਰਲ ਐਲੀਟ ਸੀਗਾ ਉਹਦੀ ਇਨਕਮਸ ਵਧਣੀਆਂ ਸ਼ੁਰੂ ਹੋ ਗਈਆਂ। ਲੈਂਡਲੈਸ ਲੇਬਰਸ ਦੀ 1960 ਦੇ ਵਿੱਚ ਜਿਹੜਾ ਲੈਂਡਲੈਸ ਲੇਬਰ ਸੀਗਾ ਉਹ 17% ਸੀ, ਉਹ ਕਰਦੇ 1980 ਤੱਕ ਆਉਂਦੇ 40% ਹੋ ਗਿਆ। ਤਾਂ ਉੱਥੇ ਜਿਹੜੀ ਪੰਜਾਬ ਦੀ ਜਿਹੜੀ 60% ਇਨਕਮ ਐਗਰੀਕਲਚਰ 'ਚ ਆਉਂਦੀ ਸੀ ਅਤੇ 60% ਹੀ ਲੋਕ ਉਹਦੇ 'ਤੇ ਡਿਪੈਂਡੈਂਟ ਸੀ। ਉਹਦੇ ਵਿੱਚੋਂ ਸਿਰਫ 10% ਲੋਕਾਂ ਕੋਲ 75% ਇਨਕਮ ਆ ਰਹੀ ਸੀ।
ਉਹਨੇ ਇੱਕ ਪ੍ਰਭਾਵ ਹੋਰ ਛੱਡਿਆ ਕਿ 1960 ਦੇ ਸ਼ੁਰੂ ਦੇ ਵਿੱਚ ਅਕਾਲੀ ਪਾਰਟੀ ਦੇ ਵਿੱਚ ਖੱਤਰੀਆਂ ਦੀ ਰਿਪਰੈਜ਼ੈਂਟੇਸ਼ਨ ਜਿਹੜੇ ਅਰਬਨ ਐਲੀਟ ਸੀ ਉਹਦੀ ਰਿਪਰੈਜ਼ੈਂਟੇਸ਼ਨ ਤਕਰੀਬਨ 50% ਸੀਗੀ। 1970 ਆਉਂਦੇ ਇਹ ਰਿਪਰੈਜ਼ੈਂਟੇਸ਼ਨ ਆਲਮੋਸਟ ਨਿਲ ਹੋ ਗਈ। ਇਹਦੇ ਨਾਲ ਇੱਕ ਰੂਰਲ ਐਲੀਟ ਦਾ ਉੱਥੇ ਗਲਬਾ ਪੈ ਗਿਆ, ਜਿਹੜਾ ਮੈਂ ਤੁਹਾਨੂੰ ਕਹਿ ਰਿਹਾ ਕਿ ਵੀ ਆਪਾਂ ਹੋਮੋਜੀਨੀਅਸ ਨਹੀਂ ਸੀ, ਤਾਂ ਉਹ ਉੱਥੇ ਉਹਨਾਂ ਦੇ ਆਉਣ ਕਰਕੇ ਜਿਹੜਾ ਸਾਰਾ ਐਜੀਟੇਸ਼ਨ ਸੀ ਜਾਂ ਸਾਰਾ ਮਸਲਾ ਸੀ, ਉਹ ਜੋ ਸਿੱਖਾਂ ਦੀਆਂ ਡਿਮਾਂਡ ਸੀ ਉਹ ਧਾਰਮਿਕ ਡਿਮਾਂਡਾਂ ਤੋਂ ਹਟ ਕੇ ਆਰਥਿਕ ਡਿਮਾਂਡਾਂ ਨਾਲ ਤੁਰ ਪਏ ਉਹ ਲੋਕ, ਕਿਉਂਕਿ ਉਹਨਾਂ ਵਾਸਤੇ ਆਰਥਿਕਤਾ ਇੰਪੋਰਟੈਂਟ ਸੀ। ਉਹ ਆਰਥਿਕਤਾ ਵੱਲ ਤੁਰ ਪਏ। ਤਾਂ ਇੱਕ ਬੜਾ ਵੱਡਾ ਸ਼ਿਫਟ ਆਇਆ ਕਿ 1947 ਤੋਂ ਲੈ ਕੇ 1960 ਤੱਕ ਜੋ ਅਕਾਲੀ ਦਲ ਧਾਰਮਿਕ ਡਿਮਾਂਡਾਂ ਦੇ ਉੱਤੇ ਲੜ ਰਿਹਾ ਸੀ, ਜੋ ਸਿੱਖੀ ਦੇ ਹੋਂਦ ਵਾਸਤੇ ਲੜ ਰਿਹਾ ਸੀ, ਉਹ 10 ਸਾਲਾਂ ਦੇ ਵਿੱਚ ਹੀ ਇਸ ਤਰ੍ਹਾਂ ਸ਼ਿਫਟ ਕਰ ਗਿਆ ਕਿ ਉਹ ਆਰਥਿਕ ਡਿਮਾਂਡ ਨੂੰ ਜ਼ਿਆਦਾ ਇੰਪੋਰਟੈਂਸ ਦੇਣ ਲੱਗ ਗਿਆ। ਤਾਂ ਅਕਾਲੀ ਦਲ ਦੀ ਸੋਚ ਦੇ ਵਿੱਚ ਹੀ ਉਹਦੇ 'ਚ ਡਿਫਰੈਂਸ ਆ ਗਿਆ ਕਿ ਆਰਥਿਕਤਾ ਇੰਪੋਰਟੈਂਟ ਹੋ ਗਈ। ਅਤੇ ਜਦੋਂ ਆਪਾਂ ਨੂੰ ਪੰਜਾਬੀ ਸੂਬਾ ਮਿਲਿਆ ਤਾਂ ਉਹਨਾਂ ਨੇ ਚੋਟ ਵੀ ਆਰਥਿਕਤਾ 'ਤੇ ਕੀਤੀ। ਉਹਨਾਂ ਨੇ ਦਰਿਆਈ ਪਾਣੀ ਨਹੀਂ ਦਿੱਤੇ, ਕੰਟਰੋਲ ਨਹੀਂ ਦਿੱਤਾ ਬਾਰਡਰ ਦਾ, ਪੰਜਾਬੀ ਸੂਬੇ ਕੱਟਤੇ, ਕੈਪੀਟਲ ਕੱਟਤਾ। ਕੈਪੀਟਲ ਕੱਟਣ ਨਾਲ ਵੀ ਬਹੁਤ ਵੱਡੀ ਆਰਥਿਕਤਾ ਮਰ ਜਾਂਦੀ ਆ ਸਟੇਟ ਦੀ, ਅਤੇ ਪਾਣੀਆਂ ਨਾਲ ਤਾਂ ਮਰਨੀ ਸੀਗੀ। ਤਾਂ ਇਹ ਸਾਰਾ ਕੁਛ ਇਹ ਵਰਤਾਰੇ ਵਾਪਰਦੇ ਰਹੇ। ਇਹ ਪੰਜਾਬੀ ਸੂਬਾ ਵੀ ਨਹਿਰੂ ਦੇ ਮਰਨ ਤੋਂ ਬਾਅਦ ਜਦੋਂ ਪਾਕਿਸਤਾਨ ਦੀ ਜੰਗ ਲੱਗੀ ਉਸ ਮਜਬੂਰੀ 'ਚ ਨਿਕਲਿਆ ਕਹਿ ਲਓ, ਜਾਂ ਚਲੋ ਵੈਸੇ ਨਿਕਲਿਆ ਆ, ਇਹ ਨਹੀਂ ਆਪਾਂ ਕਹਿ ਸਕਦੇ। ਅਤੇ ਇਸ ਤੋਂ ਬਾਅਦ ਉਹ ਪੀਰੀਅਡ ਸ਼ੁਰੂ ਹੁੰਦਾ ਜਿਹੜੀਆਂ ਆਪਾਂ ਪੀਰੀਅਡ ਦੀਆਂ ਗੱਲਾਂ ਕਰਦੇ ਹਾਂ। ਹਰਾ ਇਨਕਲਾਬ ਆਉਣ ਨਾਲ ਇੱਕ ਬਹੁਤ ਮੇਜਰ ਫਰਕ ਪਿਆ ਇੱਥੇ। ਉਹ ਇਹ ਸੀਗਾ ਕਿ ਆਪਣਾ ਜਿਹੜਾ ਸਮਾਜਿਕ ਤਾਣਾ ਬਾਣਾ ਸੀ ਉਹ ਬਿਲਕੁਲ, ਉਹਦੇ ਵਿੱਚ ਕੁਝ ਪੋਜ਼ੀਟਿਵ ਆਸਪੈਕਟਸ ਆਏ, ਬਟ ਉਹਦੇ ਨਾਲ ਉਹ ਸਮਾਜਿਕ ਤਾਣਾ ਬਾਣਾ ਟੁੱਟ ਵੀ ਗਿਆ, ਖਿੱਲਰ ਵੀ ਗਿਆ। ਉਹ ਜਿਹੜਾ ਖਿਲਾਰ ਸੀ ਸਮਾਜਿਕ ਤਾਣੇ ਬਾਣੇ ਦੇ ਵਿੱਚ, ਉਹ ਪੈਸੇ ਦੇ ਰੂਪ 'ਚ ਵੀ ਨਜ਼ਰ ਆਉਣ ਲੱਗਿਆ, ਉਹ ਗਰੁੱਪਸ ਦੇ ਵਿੱਚ ਪ੍ਰੀਡੋਮੀਨੈਂਸ ਦੇ ਰੂਪ 'ਚ ਵੀ ਨਜ਼ਰ ਆਉਣ ਲੱਗਿਆ। ਅਤੇ ਜਿਹੜਾ ਉਹ ਆਪਣਾ ਉਹਦਾ ਪਾਰਟੀ ਦੇ ਉੱਤੇ, ਅਕਾਲੀ ਪਾਰਟੀ ਦੇ ਉੱਤੇ ਵੀ ਪ੍ਰਭਾਵ ਪੈਣ ਲੱਗ ਗਿਆ ਕਿ ਡੈਮੋਗ੍ਰਾਫਿਕ ਪ੍ਰੋਸੈਸਿਸ ਟੁੱਟ ਕੇ ਇੱਕ ਕਬੀਲਾਈ ਪ੍ਰੋਸੈਸਿਸ ਸਮਝ ਲਓ ਸ਼ੁਰੂ ਹੋ ਗਏ ਉਹਦੇ ਨਾਲ। ਉਹ ਜਿਹੜਾ ਪ੍ਰੋਸੈਸ ਸੀ ਉਹਦੇ ਕਰਕੇ ਇੱਕ ਹੋਰ ਵਰਤਾਰਾ ਸ਼ੁਰੂ ਹੋ ਗਿਆ ਪੰਜਾਬ ਦੇ ਵਿੱਚ ਜਦੋਂ ਸਰਪਲਸ ਇਨਕਮ ਆਈ, ਕਿ ਡੇਰਾਵਾਦ ਜਿਹੜਾ ਪਹਿਲਾਂ ਡੇਰੇ ਜਾਂ ਸੰਤ ਹੁੰਦੇ ਸੀ ਉਹ ਇੰਨੇ ਫਾਈਨੈਂਸ਼ੀਅਲੀ ਸਟਰੋਂਗ ਨਹੀਂ ਹੁੰਦੇ ਸੀ, ਪਰ ਐਕਸੈਸਿਵ ਪੈਸਾ ਆਉਣ ਨਾਲ ਉਹ ਇੱਕ ਸਟਰੋਂਗ ਧਿਰ ਦੇ ਤੌਰ 'ਤੇ ਇਮਰਜ ਹੋਣੇ ਸ਼ੁਰੂ ਹੋ ਗਏ। ਨਾਟ ਓਨਲੀ ਉਹ ਫਾਈਨੈਂਸ਼ੀਅਲੀ ਸਟਰੋਂਗ ਹੋ ਗਏ, ਉਹਨਾਂ ਦੇ ਵਿੱਚ ਉਹਨਾਂ ਦਾ ਅਟੈਕ ਵੀ ਸ਼ੁਰੂ ਹੋ ਗਿਆ ਸਿੱਖੀਜ਼ਮ ਦੇ ਉੱਤੇ। ਨਿਰੰਕਾਰੀ ਮੂਵਮੈਂਟ ਜਿਹੜੀ ਕਿ ਸਿੱਖ ਨੂੰ ਰਿਫਾਰਮ ਕਰਨ ਵਾਸਤੇ ਸ਼ੁਰੂ ਹੋਈ ਸੀ, ਉਹਨਾਂ ਵਿੱਚੋਂ ਕੁਝ ਹੋਰ ਨਿਕਲੇ ਜਿਹੜੇ ਕਿ ਸਿੱਖੀ ਦੇ ਉੱਤੇ ਹੀ, ਬੇਸਿਕਲੀ ਸਿੱਖੀ ਦੇ ਅਸੂਲਾਂ ਦੇ ਉੱਤੇ ਹੀ ਅਟੈਕ ਸ਼ੁਰੂ ਹੋ ਗਿਆ। ਇਹ ਸਮਾਂ ਚੱਲਦੇ 1971 ਆ ਗਿਆ। 1971 ਦੇ ਵਿੱਚ ਇੰਦਰਾ ਗਾਂਧੀ ਦੀ ਸਰਕਾਰ ਆ ਗਈ, ਅਤੇ ਉਸ ਤੋਂ ਬਾਅਦ ਉਹਨਾਂ ਨੇ ਉਸ ਤੋਂ ਪਹਿਲਾਂ ਹੀ ਬਾਦਲ ਸਾਹਿਬ ਦੀ ਸਰਕਾਰ ਅੱਧ ਵਿਚਾਲਿਓਂ ਟੁੱਟ ਗਈ ਸੀ। ਉਸ ਤੋਂ ਬਾਅਦ ਕਾਂਗਰਸ ਨੇ ਸਾਰੇ ਪੋਲ ਸਵੀਪ ਕਰਤੇ, ਅਤੇ ਇੱਥੇ ਉਹ ਆ ਗਿਆ ਜਿੱਥੇ ਮੈਂ ਗੱਲ ਕਰ ਰਿਹਾ ਸੀ ਕਿ ਅਨੰਦਪੁਰ ਸਾਹਿਬ ਦੇ ਮਤੇ ਬਾਰੇ ਅਕਾਲੀਆਂ ਨੇ ਇੱਕ ਪੈਨਲ ਬਣਾਤਾ ਕਿ ਆਪਾਂ ਅਨੰਦਪੁਰ ਸਾਹਿਬ ਦਾ ਮਤਾ ਬਣਾਓ। ਅਨੰਦਪੁਰ ਸਾਹਿਬ ਦੇ ਮਤਾ ਜਿਹੜਾ 73 ਦੇ ਵਿੱਚ ਬਣਿਆ, ਉਹਦੇ ਵਿੱਚ ਮੋਟੇ ਤੌਰ 'ਤੇ 3 ਚੀਜ਼ਾਂ ਸੀ। ਪਹਿਲੀ ਚੀਜ਼ ਕਿ ਵੀ ਸਿੱਖਾਂ ਦੀਆਂ ਐਸਪੀਰੇਸ਼ਨਸ ਕੀ, ਸਿੱਖ ਕਰਨਾ ਕੀ ਚਾਹੁੰਦੇ ਆ। ਉਹ ਫਿਰ ਆਪਾਂ ਉੱਥੇ ਦੁਬਾਰਾ ਜਾਂਦੇ ਰਹੇ ਕਿ ਵੀ ਸਾਡੇ ਕੋਲ ਹੋਮਲੈਂਡ ਦੀ ਕਮੀ ਆ। ਉਹ ਦੁਬਾਰਾ ਉਸੇ ਪੁਆਇੰਟ 'ਤੇ ਆ ਗਏ ਕਿ ਸਾਨੂੰ ਇੱਕ ਹੋਮਲੈਂਡ ਚਾਹੀਦੀ। ਉਹ ਕਿਸੇ ਰੂਪ 'ਚ ਹੀ ਆਪਾਂ ਮੰਗ ਰਹੇ ਸੀ। ਆਪਾਂ ਚਾਹੇ ਫੈਡਰਲ ਸਟਰਕਚਰ ਕਹਿ ਰਹੇ ਸੀ, ਹਿੰਦੁਸਤਾਨ ਨੇ ਕਿਸੇ ਵੀ ਗੱਲਾਂ ਬਾਤੀਆਂ ਆਪਾਂ ਨੂੰ ਦਿੰਦੇ ਰਹੇ, ਪਰ ਕਿਤੇ ਵੀ ਉਹਨੇ ਮੰਨਿਆ ਨਹੀਂ ਕਿ ਵੀ ਮੈਂ ਫੈਡਰਲ ਹਾਂ। ਬਿਕੋਜ਼ ਕਿਤੇ ਨਾ ਕਿਤੇ ਭਾਰਤ ਨੂੰ ਇਹ ਖਟਕਦਾ ਸੀਗਾ ਕਿ ਹਿੰਦੁਸਤਾਨ ਦੇ ਵਿੱਚ ਸੈਂਟਰੀਫਿਊਗਲ ਫੋਰਸਿਸ ਸਦੀਆਂ ਤੋਂ ਹੀ ਸਟਰੋਂਗ ਰਹੀਆਂ। ਜਦੋਂ ਵੀ ਸੈਂਟਰ ਵੀਕ ਹੋਇਆ ਇਹ ਖਿੱਤਾ ਖਿਲ ਰਿਹਾ, ਤਾਂ ਸ਼ਾਇਦ ਉਸ ਨੂੰ ਵੇਖਦੇ ਹੋਏ ਉਹ ਫੈਡਰਲ ਸਟਰਕਚਰ ਦੇਣਾ ਹੀ ਨਹੀਂ ਚਾਹੁੰਦੇ ਸੀ। ਪਰ ਇਹ ਨਹੀਂ ਕਿ ਫੈਡਰਲ ਸਟਰਕਚਰ ਹੋਰ ਵੀ ਨਹੀਂ ਮੰਗਦੇ ਸੀ, ਹੋਰ ਵੀ ਮੰਗਦੇ ਸੀ, ਪਰ ਸਿੱਖਾਂ ਦਾ ਮੰਗਿਆ ਫੈਡਰਲ ਸਟਰਕਚਰ ਕਿਉਂ ਸਭ ਤੋਂ ਜ਼ਿਆਦਾ ਖਟਕਦਾ ਸੀ, ਉਹਦੀਆਂ ਰੀਜ਼ਨਸ ਇਹ ਹੀ ਆ ਜਿਹੜੀਆਂ ਮੈਂ ਪਿੱਛੇ ਦਿੱਤੀਆਂ। ਕਿਉਂਕਿ ਬਾਕੀ ਲੋਕ ਕੌਮ ਨਹੀਂ ਸੀ, ਬਾਕੀ ਲੋਕਾਂ ਕੋਲ ਉਹ ਚੀਜ਼ਾਂ ਹੈ ਨਹੀਂ ਸੀ ਕਿ ਇੱਕ ਸੰਪੂਰਨ ਕੌਮ ਬਣ ਸਕਣ ਜਾਂ ਨੇਸ਼ਨ ਬਣ ਸਕਣ। ਇਸ ਤਰ੍ਹਾਂ ਇਹ ਨਹੀਂ ਕਿ ਵੀ ਬਾਕੀ ਨਹੀਂ ਐਟਮਾਈਜ਼ ਹੋਏ ਜਾਂ ਬਾਕੀ ਨਹੀਂ ਛੋਟੇ ਹੋਏ। ਈਵਨ ਰਾਜਪੂਤਾਂ ਨੂੰ ਵੇਖੋ, ਉਹ ਮੁਗਲਾਂ ਦਾ ਰਾਜ ਕੱਢ ਗਏ, ਅੰਗਰੇਜ਼ਾਂ ਦਾ ਰਾਜ ਕੱਢ ਗਏ, ਬਟ ਜਦੋਂ ਭਾਰਤ ਦਾ ਸੰਵਿਧਾਨ ਆਇਆ ਤਾਂ ਉਹ ਹਿੰਦੂ ਹੁੰਦੇ ਹੋਏ ਵੀ ਬਿਲਕੁਲ ਖਿੰਡਰ ਪੁੰਡਰ ਗਏ। ਅੱਜ ਕੋਈ ਉਹਨਾਂ ਦੇ ਕੋਲ ਕੋਈ ਆਰਗੇਨਾਈਜੇਸ਼ਨ ਹੈ ਨਹੀਂ, ਉਹ ਇਕੱਠੇ ਨਹੀਂ ਗਏ। ਠੀਕ ਆ, ਹੋਰ ਵੀ ਬਹੁਤ ਇੰਜ ਹੈ ਜਿਹੜੇ ਬਿਲਕੁਲ ਅਸਿਮੀਲੇਟ ਹੀ ਹੋ ਗਏ ਆ, ਹਾਲਾਂਕਿ ਸਦੀਆਂ ਤੋਂ ਉਹਨਾਂ ਦੀ ਹੋਂਦ ਸੀ, ਪਰ ਸਿੱਖ ਅਸਿਮੀਲੇਟ ਨਹੀਂ ਹੋ ਰਿਹਾ ਸੀ ਉਸ ਪ੍ਰੋਸੈਸ ਦੇ ਵਿੱਚ, ਕਿਉਂਕਿ ਬਹੁਤ ਹੱਦ ਤੱਕ ਇੱਕ ਪਾਰਟੀਸ਼ਨ ਨੇ ਉਹਨਾਂ ਨੂੰ ਇੱਕ ਖਿੱਤੇ ਦੇ ਵਿੱਚ ਜਿਓਗ੍ਰਾਫਿਕਲੀ ਇਕੱਠਾ ਕਰ ਦਿੱਤਾ ਸੀ। ਉਹਨਾਂ ਦੀ ਜ਼ੁਬਾਨ ਸੀ, ਉਹਨਾਂ ਦੇ ਹੋਰ ਬੜੇ ਕੁਝ ਸੀਗੇ। ਤਾਂ ਇਹ
ਜਦੋਂ ਅਨੰਦਪੁਰ ਸਾਹਿਬ ਦਾ ਮਤਾ ਹੈ ਉਹਦੇ ਵਿੱਚ ਤਿੰਨ ਚੀਜ਼ਾਂ ਜਿਵੇਂ ਮੈਂ ਕਹਿ ਰਿਹਾ ਸੀ। ਪਹਿਲੀ ਚੀਜ਼ ਇਹ ਕਿ ਵੀ ਅਨੰਦਪੁਰ ਸਾਹਿਬ ਦੇ ਮਤੇ ਦੇ ਵਿੱਚ ਇੱਕ ਤਾਂ ਸਿੱਖ ਐਸਪੀਰੇਸ਼ਨ ਸੀਗੀਆਂ, ਹੋਮਲੈਂਡ ਦੀਆਂ ਐਸਪੀਰੇਸ਼ਨ ਸੀਗੀਆਂ। ਸੈਕੰਡ, ਸੈਂਟਰ ਨਾਲ ਜੋ ਗ੍ਰੀਵੈਂਸਿਸ ਸੀਗੀਆਂ ਸਿੱਖਾਂ ਦੀਆਂ ਉਹ ਸੀਗੀਆਂ। ਤੀਸਰਾ ਉਹਦੇ ਵਿੱਚ ਕੁਝ ਮੰਗਾਂ ਸੀਗੀਆਂ। ਜਿਵੇਂ ਭਾਈ ਪਰਮਜੀਤ ਸਿੰਘ ਜੀ ਨੇ ਕਿਹਾ ਕਿ ਵੀ ਉਹ ਡਿਮਾਂਡ ਤਾਂ ਇਹਨਾਂ ਨੇ ਬਣਾ ਲਈ ਇਹ ਸੋਚ ਕੇ ਕਿ ਚਲੋ ਇੰਨੀਆਂ ਕੁ ਮੰਗੀਆਂ ਜਾਣਗੀਆਂ, ਇੰਨੀਆਂ ਕੁ ਆਪਾਂ ਛੱਡ ਦਾਂਗੇ ਇੱਕ ਪੁਆਇੰਟ 'ਤੇ ਨੈਗੋਸੀਏਸ਼ਨ ਟੇਬਲ 'ਤੇ। ਹੋ ਸਕਦਾ ਆਪਾਂ ਇਹ ਕਹਿ ਨਹੀਂ ਸਕਦੇ, ਆਪਾਂ ਅੱਜ ਕਹਿ ਸਕਦੇ ਕਿ ਸ਼ਾਇਦ ਐਂ ਹੋਇਆ ਹੋਵੇ। ਪਰ ਜਦੋਂ ਆਪਾਂ ਉਹਨਾਂ ਆਰਥਿਕ ਮੰਗਾਂ ਨੂੰ ਦੇਖਦੇ ਹਾਂ ਤਾਂ ਆਰਥਿਕ ਮੰਗਾਂ ਨੂੰ ਦੇਖਦੇ ਹੋਏ ਵੀ ਆਪਾਂ ਨੂੰ ਪਤਾ ਲੱਗਦਾ ਹੈ ਕਿ ਜਿਹੜਾ ਉਹ ਆਪਾਂ ਹੋਮੋਜੀਨੀਅਸ ਗਰੁੱਪ ਨਹੀਂ ਸੀ, ਜਿਹੜੀ ਆਪਣੀ ਇਕਸਾਰਤਾ ਨਹੀਂ ਸੀ, ਉਹ ਉਹਨਾਂ ਆਰਥਿਕ ਮੰਗਾਂ ਦੇ ਵਿੱਚ ਡਾਇਰੈਕਟਲੀ ਰਿਫਲੈਕਟ ਹੁੰਦੀ ਆ। ਉਹ ਇਸ ਤਰ੍ਹਾਂ ਰਿਫਲੈਕਟ ਹੁੰਦੀ ਹੈ ਕਿ ਵੀ ਆਰਥਿਕ ਮੰਗਾਂ ਜਾਂ ਤਾਂ ਕਿਸਾਨੀ ਦੀਆਂ ਮੰਗਾਂ ਸੀ ਕਿ ਵੀ ਪਾਣੀ ਮਿਲ ਜੇ, ਜਾਂ ਇਹ ਕਹਿ ਰਿਹਾ ਜਾਂਦਾ ਸੀਗਾ ਕਿ ਵੀ ਅਸੀਂ ਕੋਈ ਕੰਕਰੀਟ ਪ੍ਰੋਗਰਾਮ ਲੋਅਰ ਕਲਾਸ ਵਾਸਤੇ, ਲੈਂਡਲੈਸ ਲੇਬਰ ਵਾਸਤੇ ਕੋਈ ਕੰਕਰੀਟ ਪ੍ਰੋਗਰਾਮ ਨਹੀਂ ਸੀਗਾ। ਕੰਕਰੀਟ ਪ੍ਰੋਗਰਾਮ ਸਿਰਫ ਪਾਣੀ ਦੀ ਮੰਗ ਸੀਗੀ ਉਹਦੇ ਵਿੱਚ ਕਿ ਪਾਣੀ ਸਾਡਾ ਜਾਂ ਡੈਮ ਸਾਨੂੰ ਮਿਲਣੇ ਚਾਹੀਦੇ ਆ, ਜਿਹਦਾ ਸਿੱਧਾ ਤੇ ਸਿੱਧਾ ਪ੍ਰਭਾਵ ਕਿਸਾਨੀ 'ਤੇ ਹੀ ਪੈਂਦਾ ਸੀ। ਤੇ ਦੂਸਰੀ ਚੀਜ਼ ਮੰਗੀ ਜਾਂਦੀ ਸੀ ਬਿਗ ਇੰਡਸਟਰੀ। ਜੇ ਉਹਦੇ ਤੋਂ ਪਤਾ ਲੱਗਦਾ ਸੀਗਾ ਕਿ ਇਹ ਇੱਕ ਪਰਟੀਕੁਲਰ ਆਪਣੇ 'ਚੋਂ ਇੱਕ ਗਰੁੱਪ ਨੇ ਪਲੱਸ ਕੁਛ ਬਿਊਰੋਕਰੈਟਸ ਨੇ ਮਿਲ ਕੇ ਹੀ ਇਹ ਮਤਾ ਬਣਾਇਆ ਹੋਵੇ। ਉਸ ਮਤੇ ਦੇ ਵਿੱਚ ਵੀ ਇਕਸਾਰਤਾ ਨਜ਼ਰ ਨਹੀਂ ਕਿਤੇ ਆਉਂਦੀ ਸੀ। ਮੈਂ ਇੱਕ ਐਗਜ਼ਾਮਪਲ ਦੇਣਾ ਚਾਹੁੰਦਾ ਕਿ ਲੈਟਸ ਅਜ਼ਿਊਮ ਆਪਾਂ ਬਣਾਉਣਾ ਹੀ ਹੋਵੇ, ਉਸ ਟਾਈਮ ਜੋ ਭਾਰਤ ਦੇ ਹਾਲਾਤ ਸੀ, ਬਿਗ ਇੰਡਸਟਰੀ ਲਾਉਣ ਦੇ ਪੈਸੇ ਹੈ ਨਹੀਂ ਸੀ, ਆਇਲ ਸ਼ੌਕ ਆ ਚੁੱਕਿਆ ਸੀਗਾ ਅਤੇ ਉਹ ਕੈਪੀਟਲ ਐਕਸਪੈਂਸ ਤਾਂ ਭਾਰਤ ਕੋਲ ਸੀਗਾ ਹੀ ਨਹੀਂ। ਪਰ ਇੱਕ ਨੋਸ਼ਨਲ ਐਕਸਪੈਂਸ, ਜੇ ਬਹੁਤ ਤੁਹਾਡਾ ਖਿੱਤਾ ਟਰੇਡਰ ਸੀਗਾ, ਤੁਸੀਂ ਇਹ ਮੰਗ ਸਕਦੇ ਸੀਗੇ ਕਿ ਵੀ ਸਾਨੂੰ ਟਰੇਡਿੰਗ ਦੇ ਵਿੱਚ ਹੀ ਕੁਝ ਸਹੂਲਤਾਂ ਦੇ ਦਿਓ, ਤਾਂ ਲੁਧਿਆਣਾ ਜਾਂ ਜਲੰਧਰ ਵਰਗੀਆਂ ਜਿਹੜੀਆਂ ਜਗ੍ਹਾ ਹੈਗੀਆਂ ਉਹ ਬਹੁਤ ਵੱਡੇ ਟਰੇਡਿੰਗ ਸੈਂਟਰਸ ਬਣ ਜਾਂਦੇ ਜਿਹੜੇ ਫੀਡ ਕਰਦੇ, ਅਤੇ ਇੱਕ ਛੋਟੇ ਟਰੇਡਰ ਨੂੰ ਵੱਡਾ ਟਰੇਡਰ ਹੋਣ 'ਚ ਕੋਈ ਟਾਈਮ ਨਹੀਂ ਲੱਗਣਾ ਸੀ ਜੇ ਉਹਨੂੰ ਟੈਕਸ ਰਿਲੀਫਸ ਅਤੇ ਟੈਕਸ ਬਜਟਸ ਹੋਰ ਚੀਜ਼ਾਂ ਮਿਲ ਜਾਂਦੀਆਂ। ਸੋ ਉੱਥੇ ਇਕਸਾਰਤਾ ਨਜ਼ਰ ਨਹੀਂ ਆਉਂਦੀ ਸੀ, ਅਤੇ ਉਹ ਇਕਸਾਰਤਾ ਨਾ ਹੋਣ ਕਰਕੇ ਜਾਂ ਉਹ ਚੀਜ਼ਾਂ ਹੋਣ ਕਰਕੇ ਉਹ ਜਿਹੜਾ ਸ਼ੇਕੀਪਨ ਆ ਜਾਂ ਥਿੜਕਣਪਨ ਹੈਗਾ ਕਿ ਆਰਥਿਕ ਮੰਗਾਂ 'ਤੇ ਮੰਨ ਜਾਣਾ, ਉਹ ਅਕਾਲੀ ਲਹਿਰ ਦੇ ਵਿੱਚ ਉਦੋਂ ਬਾਅਦ ਸਾਫ਼ ਝਲਕਦਾ। ਉਹ ਬਾਅਦ ਦੇ ਸਮਝੌਤਿਆਂ 'ਚ ਵੀ ਝਲਕਦਾ ਕਿ ਉਹ ਆਪਦੇ ਧਾਰਮਿਕ ਮੁੱਦਿਆਂ ਤੋਂ ਹਟ ਕੇ ਆਰਥਿਕ ਮੁੱਦੇ ਚੱਕ ਕੇ ਆਰਥਿਕ ਮੁੱਦਿਆਂ 'ਤੇ ਮੰਨ ਕੇ ਹੀ ਖੁਸ਼ ਹੋਣ ਲੱਗ ਗਏ, ਅਤੇ ਉਹ ਅੱਜ ਤੱਕ ਉਸ ਅਕਾਲੀ ਪੋਲਿਟਿਕਸ 'ਚ ਨਜ਼ਰ ਆ ਰਿਹਾ। ਪਰ ਇਹਦੇ ਨਾਲ ਇੱਕ ਜਿਹੜਾ ਉਹ ਡੇਰਾਵਾਦ ਵਧਿਆ ਸੀ, ਉਹਦੇ ਨਾਲ ਇੱਕ ਨਿਰੰਕਾਰੀ ਮੂਵਮੈਂਟ ਖੜੀ ਹੋ ਗਈ, ਜਿਹਨੇ ਨਿਰੰਕਾਰੀ ਮੂਵਮੈਂਟ ਦਾ ਇੱਕ ਪ੍ਰੈਸ਼ਰ ਡਿਵੈਲਪ ਹੋਣਾ ਸ਼ੁਰੂ ਹੋ ਗਿਆ, ਅਤੇ ਇਸੇ ਸਮੇਂ ਦੇ ਵਿੱਚ ਐਮਰਜੈਂਸੀ ਲਾਗੂ ਹੋ ਗਈ। ਜਦੋਂ ਐਮਰਜੈਂਸੀ ਲਾਗੂ ਹੋਈ ਉਦੋਂ ਪਾਣੀ ਦਾ ਹੋਰ ਆਰਥਿਕ ਹਾਨੀ ਕੀਤੀ ਗਈ, ਪਾਣੀ ਹੋਰ ਲੈ ਲਿਆ ਗਿਆ ਪੰਜਾਬ ਤੋਂ। ਐਮਰਜੈਂਸੀ ਤੋਂ ਬਾਅਦ ਅਕਾਲੀਆਂ ਨੇ ਐਮਰਜੈਂਸੀ ਦੇ ਵਿਰੋਧ ਦੇ ਵਿੱਚ ਦੂਜੀਆਂ ਧਿਰਾਂ ਨਾਲ ਸਾਥ ਕਰ ਲਿਆ। ਇੱਥੇ ਅਕਾਲੀਆਂ ਦੀ ਇੱਕ ਫੰਡਾਮੈਂਟਲ ਮਿਸਟੇਕ ਹੋਈ ਕਿ ਜਿਹੜਾ ਆਈਡੀਆ ਆਫ ਇੰਡੀਆ ਕਾਂਗਰਸ ਦਾ ਸੀ ਜਾਂ ਜਿਹੜਾ ਆਈਡੀਆ ਆਫ ਇੰਡੀਆ ਕਾਂਗਰਸ ਫੋਲੋ ਕਰ ਰਹੀ ਸੀ, ਉਹੀ ਆਈਡੀਆ ਆਫ ਇੰਡੀਆ ਦੂਜੀਆਂ ਧਿਰਾਂ ਦਾ ਸੀ। ਉਹਦੇ ਵਿੱਚ ਕੋਈ ਬੇਸਿਕ ਬੁਨਿਆਦੀ ਡਿਫਰੈਂਸ ਨਹੀਂ ਸੀ। ਜੇ ਇੱਕ ਧਿਰ ਨਹੀਂ ਤੁਹਾਨੂੰ ਦਿੰਦੀ, ਫੈਡਰਲ ਸਟਰਕਚਰ ਨਹੀਂ ਦੇ ਰਹੀ ਜਾਂ ਉਸ ਤਰੀਕੇ ਸੈਕੂਲਰ ਨਹੀਂ ਹੋ ਰਹੀ, ਦੂਜੀ ਧਿਰ ਵੀ ਨਹੀਂ ਹੋਊਗੀ, ਕਿਉਂਕਿ ਉਹਦਾ ਬੇਸਿਕ ਆਈਡੀਆ ਆਫ ਇੰਡੀਆ ਸੇਮ ਹੀ ਰਹਿਣਾ। ਤਾਂ ਉਹਨਾਂ ਨਾਲ ਸਾਥ ਕਰ ਲਿਆ, ਅਤੇ 1978 ਦੇ ਵਿੱਚ ਉਹ ਫੇਰ ਇੱਕ ਵਾਰੀ ਉਸ ਅਨੰਦਪੁਰ ਸਾਹਿਬ ਦੇ ਮਤੇ ਬਾਰੇ ਬੋਲੇ, ਪਰ ਉਹਦੇ ਵਿੱਚ ਉਹਨਾਂ ਨੇ ਆਪਦੀ ਜਿਹੜੀ ਐਸਪੀਰੇਸ਼ਨ ਸੀ, ਫੈਡਰਲ ਐਸਪੀਰੇਸ਼ਨ ਸੀ, ਉਹਨਾਂ ਨੂੰ ਘਟਾ ਕੇ ਜ਼ਿਆਦਾ ਆਰਥਿਕ ਹੀ ਮੰਗਾਂ ਰੱਖੀਆਂ। ਸੇਮ ਟਾਈਮ ਦੇ ਵਿੱਚ ਚਾਹੇ ਉਸ ਜਨਤਾ ਪਾਰਟੀ ਦੇ ਨਾਲ ਉਹਨਾਂ ਦੇ ਸੰਬੰਧ ਸੀ, ਉਹਨਾਂ ਦੇ ਵਿੱਚੋਂ ਮਿਨਿਸਟਰ ਵੀ ਸੀ, ਪਰ ਉਹ ਨਿਰੰਕਾਰੀਆਂ ਪ੍ਰਤੀ ਇੱਕ ਜਨਤਾ ਪਾਰਟੀ ਜਾਂ ਜੋ ਲਗਾਵ ਦਿਖਾ ਰਹੀ ਸੀ ਉਹਦੇ ਪ੍ਰਤੀ ਅਕਾਲੀ ਧਿਰ ਉਸ ਸਮੇਂ ਚੁੱਪ ਰਹੀ। ਅਤੇ ਉਹ ਚੁੱਪ ਰਹਿਣ ਦਾ ਇਹ ਹੋਇਆ ਕਿ ਵੀ ਉਹ ਸਮਾਂ ਬਦਲਦਾ ਗਿਆ, ਅਤੇ ਉਹ ਨਿਰੰਕਾਰੀ ਧਿਰ ਪੰਜਾਬ ਦੇ ਵਿੱਚ ਵੀ ਬਾਦਲ ਸਾਹਿਬ ਦੀ ਸਰਕਾਰ ਦੇ ਵਿੱਚ ਵੀ ਉਹ ਪਾਵਰਫੁਲ ਹੁੰਦੇ ਗਏ ਕਿ ਉਹਨਾਂ ਦੇ ਆਫਿਸਰਸ, ਉਹਨਾਂ ਦੇ ਸਾਰੇ ਕੁਛ ਉਹਨਾਂ ਦੀ ਮਰਜ਼ੀ ਦੇ ਲੱਗਣ ਗਏ, ਜਿਹਦਾ 1978 'ਚ ਇਹ ਇੰਜਾਮ ਹੋਇਆ ਕਿ ਆਪਾਂ ਖੂਨੀ ਸਾਕਾ 78 ਦੀ ਵਿਸਾਖੀ ਵੇਲੇ ਜਾ ਕੇ ਆਪਾਂ ਉੱਥੇ ਆ ਕੇ ਰੁਕੇ। ਇਸੇ ਸਮੇਂ 'ਚ ਜਦੋਂ ਇਹ ਧਰਮ ਦੇ ਉੱਤੇ ਅਟੈਕ ਸ਼ੁਰੂ ਹੋ ਗਏ ਜਾਂ ਕੁਛ ਹੋ ਗਏ, ਤਾਂ ਸਿੱਖਾਂ ਦੇ ਦੂਜਾ ਇੱਕ ਗ੍ਰੀਨ ਰੈਵੋਲੂਸ਼ਨ ਨੇ ਜਾਂ ਹਰੇ ਇਨਕਲਾਬ ਨੇ ਆਪਣੇ ਅੰਦਰ ਨਿਗਾਰ ਲਿਆਤਾ, ਪਿੰਡਾਂ ਦੇ ਵਿੱਚ ਉਹਨਾਂ ਦੇ ਕਲਚਰ ਦੇ ਵਿੱਚ ਨਿਗਾਰ ਲਿਆਤਾ, ਐਕਸੈਸਿਵ ਪੈਸੇ ਦੇ ਨਾਲ ਕਰਕੇ ਮੋਰਲ ਡੀਗ੍ਰੇਡੇਸ਼ਨ ਸ਼ੁਰੂ ਹੋ ਗਈ, ਤਾਂ ਇਹ ਅਨਈਵਨਨੈਸ ਹੋ ਗਈ ਸੁਸਾਇਟੀ ਦੇ ਵਿੱਚ। ਤਾਂ ਉਹਦਾ ਇੱਕ ਰਿਫਰਮੇਸ਼ਨ ਮੂਵਮੈਂਟ ਸ਼ੁਰੂ ਹੋਈ, ਜਿਹੜੀ ਕਿ ਨਿਰੰਕਾਰੀਆਂ ਦੇ ਖਤਰੇ ਦਾ ਇਮੀਡੀਏਟ ਅਸਰ ਸੀਗਾ, ਪਲੱਸ ਇਹਨਾਂ ਚੀਜ਼ਾਂ ਕਰਕੇ ਇੱਕ ਰਿਫਰਮੇਸ਼ਨ ਮੂਵਮੈਂਟ ਸ਼ੁਰੂ ਹੋਈ, ਜਿਹਦੇ ਵਿੱਚੋਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਇਮਰਜ ਹੋ ਕੇ ਆਏ ਉਸ ਮੂਵਮੈਂਟ 'ਚੋਂ।
ਉਹ ਮੂਵਮੈਂਟ ਪਿਓਰਲੀ ਧਾਰਮਿਕ ਮੂਵਮੈਂਟ ਸੀ। ਉਸ ਮੂਵਮੈਂਟ ਨੂੰ ਤਕਰੀਬਨ ਪੰਜਾਬ ਦੇ ਸਿੱਖਾਂ ਦੇ ਹਰ ਵਰਗ ਦਾ ਸਾਥ ਸੀਗਾ। ਹਰ ਵਰਗ ਦੇ ਸਾਥ ਤੋਂ ਮੈਂ ਇਸ ਕਰਕੇ ਕਹਿੰਦਾ ਕਿ ਮੈਂ ਛੋਟਾ ਜਿਹਾ ਹੁੰਦਾ ਸੀ, ਇੱਥੇ ਪੜ੍ਹਦਾ ਹੁੰਦਾ ਸੀਗਾ ਆਰਮੀ ਪਬਲਿਕ ਸਕੂਲ 'ਚ, ਜਦੋਂ ਸੰਤ ਜੀ ਇੱਥੇ ਆਏ ਹੋਏ ਸੀਗੇ ਅਤੇ ਉਹਨਾਂ ਨੇ ਜੋ ਉਸ ਸਮੇਂ ਜੋ ਬੰਗਲਾ ਸਾਹਿਬ 'ਚ ਉਹਨਾਂ ਦਾ ਰਿਸੈਪਸ਼ਨ ਜਾਂ ਜੋ ਕਨੌਟ ਪਲੇਸ ਦੇ ਵਿੱਚ ਉਹਨਾਂ ਦੀਆਂ ਗੱਡੀਆਂ ਜਦੋਂ ਜਲੂਸ ਨਿਕਲਿਆ ਤਾਂ ਉਹਨਾਂ ਨੂੰ ਦੇਖਣ ਨੂੰ ਮਿਲਿਆ, ਉਹ ਬਹੁਤ ਹੀ ਉਦੋਂ ਪਤਾ ਲੱਗਦਾ ਸੀਗਾ ਕਿ ਵੀ ਇਹ ਦੁਬਾਰਾ 1960 ਤੋਂ ਪਹਿਲਾਂ ਦਾ ਹੀ ਇੱਕ ਉਭਾਰ ਇਕੱਠਾ ਹੋ ਰਿਹਾ, ਇਸ ਕੌਮ ਉਸ ਤਰੀਕੇ ਨਾਲ ਇਕੱਠੀ ਹੋ ਰਹੀ। ਉਹੀ ਇਕੱਠ, ਉਹੀ ਜਜ਼ਬਾ ਪੰਜਾਬ ਦੇ ਪਿੰਡਾਂ 'ਚ, ਉਹੀ ਜਜ਼ਬਾ ਪੰਜਾਬ ਦੇ ਛੋਟੇ ਵਰਗਾਂ 'ਚ, ਹਰੇਕ 'ਚ ਉਹਨਾਂ ਨੂੰ ਮਿਲਣ ਨੂੰ ਆਪਾਂ ਨੂੰ ਦੇਖਣ ਨੂੰ ਮਿਲਿਆ। ਪਰ ਅਕਾਲੀ ਉਸ ਟਾਈਮ ਵੀ ਜਿਹੜੇ ਰਵਾਇਤੀ ਅਕਾਲੀ ਸੀ, ਉਹ ਉਸ ਟਾਈਮ ਵੀ ਆਪਦੀ ਆਰਥਿਕ ਮੰਗਾਂ ਨੂੰ ਲੈ ਕੇ ਹੀ ਚੱਲਦੇ ਰਹੇ। ਅਤੇ ਜਦੋਂ ਉਹ ਅਖੀਰ ਇੰਦਰਾ ਗਾਂਧੀ ਨੂੰ ਵੀ ਉਹਨਾਂ ਨੇ ਪੇਸ਼ਕਸ਼ ਕੀਤੀ, ਹੋਰ ਵੀ ਕੀਤੀ, ਆਪਣਾ 82 ਵੇਲੇ ਉਹਨੂੰ ਹਟਾਉਣ ਦੀ ਵੀ ਕੋਸ਼ਿਸ਼ ਕੀਤੀ ਕਿ ਸ਼ਾਇਦ ਸਾਡੀਆਂ ਮੰਗਾਂ ਮੰਨੀਆਂ ਜਾਣ, ਪਰ ਉਹ ਕੋਈ ਵੀ ਸਿਰੇ ਨੇਪਰੇ ਨਹੀਂ ਚੜ੍ਹੀ। ਇੱਥੋਂ ਤੱਕ ਕਿ ਜਦੋਂ ਕਪੂਰੀ ਦਾ ਮੋਰਚਾ ਉਹਨਾਂ ਨੇ ਲਾਉਣ ਦੀ ਕੋਸ਼ਿਸ਼ ਕੀਤੀ ਤਾਂ ਕੋਈ ਤਕਰੀਬਨ ਉਹਨਾਂ ਨੂੰ ਵੱਡੀ ਹਾਮੀ ਨਹੀਂ ਸੀ, ਅਤੇ ਧਰਮ ਦੇ ਨਾਂ 'ਤੇ ਲੋਕ ਇਕੱਠੇ ਹੋ ਰਹੇ ਸੀ। ਜਦੋਂ ਉਹ ਨਾਕਾਮਯਾਬੀ ਵੇਖੀ ਤਾਂ ਅਕਾਲੀਆਂ ਕੋਲੇ ਕੋਈ ਵੀ ਚਾਰਾ ਨਹੀਂ ਰਹਿ ਗਿਆ ਸੀਗਾ ਕਿ ਉਹਨਾਂ ਨੂੰ ਉਸ ਸਮੇਂ ਸੰਤ ਜੀ ਦੇ ਉਦੋਂ ਪਹਿਲਾਂ ਇੱਕ ਵਾਇਲੈਂਸ ਹੋ ਚੁੱਕਿਆ ਸੀ, ਜਿਹਦੇ ਵਿੱਚ ਭਾਈ ਅਮਰੀਕ ਸਿੰਘ ਪਕੜੇ ਗਏ ਸੀਗੇ, ਇੱਕ ਮੋਰਚਾ ਚੱਲ ਰਿਹਾ ਸੀ, ਉਹਨਾਂ ਨੇ ਉਹ ਦੋਨੇ ਮੋਰਚੇ ਕਲੱਬ ਕਰਤੇ। ਤਾਂ ਇੱਕ ਗੱਲ ਸਮਝ 'ਤੇ ਆਉਂਦੀ ਆ ਕਿ ਵੀ ਜਿਹੜਾ ਅਕਾਲੀਆਂ ਦਾ ਥਿੜਕਣਾਪਨ ਆ ਉਹ ਆਰਥਿਕ ਮੰਗਾਂ ਵੱਲ ਜਾਣਾ ਹੈ, ਉਹ ਕਿਤੇ ਨਾ ਕਿਤੇ ਸਿੱਖਾਂ ਦੀ ਆਈਡੀਓਲੋਜੀਕਲੀ ਕਮਜ਼ੋਰੀ ਦੇ ਵਿੱਚੋਂ ਨਿਕਲਦਾ, ਉਹਨਾਂ ਦੀ ਨੌਨ ਹੋਮੋਜੀਨਿਟੀ ਕਰਕੇ ਨਿਕਲਦਾ। ਉਹ ਇਕਸਾਰਤਾ ਜੋ ਗੁਰੂ ਦੇ ਉਪਦੇਸ਼ਾਂ 'ਤੇ ਉਹ ਨਹੀਂ ਚੱਲੇ ਅਤੇ ਇੱਕ ਸਾਰ ਕੌਮ ਨਹੀਂ ਬਣਾ ਸਕੇ, ਜਿਨ੍ਹਾਂ ਦੇ ਵਿੱਚ ਆਪਣੇ ਹਲੇ ਵੀ ਹਿੰਦੂ ਕਾਸਟ ਸਿਸਟਮ ਜਾਂ ਜਾਤੀਵਾਦ ਆਪਣੇ ਇੰਟਰਸਟਸ ਨੂੰ ਗਵਰਨ ਕਰਦਾ ਆਪਣੀਆਂ ਪਾਰਟੀਆਂ ਦੇ ਵਿੱਚ, ਕਿਤੋਂ ਨਾ ਕਿਤੋਂ ਉਹ ਨਿਕਲ ਕੇ ਆਉਂਦਾ ਸੀ। ਜਦੋਂ ਵੀ ਉਸ ਇਕਸਾਰਤਾ 'ਚ ਆਪਾਂ ਤੁਰੇ ਹਾਂ, ਚਾਹੇ ਉਹ ਸਿੰਘ ਸਭਾ ਲਹਿਰ 'ਚ ਤੁਰੇ, ਚਾਹੇ ਗੁਰਦੁਆਰਾ ਸੁਧਾਰ ਲਹਿਰ 'ਚ ਤੁਰੇ, ਚਾਹੇ ਆ ਕੇ ਧਰਮ ਯੁੱਧ ਮੋਰਚੇ ਤੋਂ ਪਹਿਲਾਂ ਜੋ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਇੱਕ ਮੂਵਮੈਂਟ ਖੜੀ ਕੀਤੀ, ਉਹਦੇ ਵਿੱਚ ਇਕੱਠੇ ਹੋਏ, ਤਾਂ ਇਹ ਇੱਕ ਲਸਾਨੀ ਕਹਿ ਲਓ ਜਾਂ ਇੱਕ ਬਹੁਤ ਵੱਡਾ ਉਭਾਰ ਆਉਂਦਾ ਹੀ ਆਉਂਦਾ ਕੌਮ 'ਚ। ਤਾਂ ਇਹ ਮੈਂ ਤਾਂ ਕਿਹਾ ਕਿ ਇਸ ਤੋਂ ਬਾਅਦ ਦੇ ਜਿਹੜੇ ਈਵੈਂਟਸ ਹੋਏ ਆ ਉਹਨਾਂ ਦੇ ਵਿੱਚ ਵੀ ਤੁਹਾਨੂੰ ਇਹੀ ਚੀਜ਼ਾਂ ਨਜ਼ਰ ਆਉਣਗੀਆਂ ਕਿ ਸਿੱਖ ਜਿਹੜੇ ਹੈਗੇ ਆ ਉਹ ਹੋਮਲੈਂਡ ਵਾਸਤੇ ਫਾਈਟ ਕਰਦੇ ਆ। ਉਹ ਇਸ ਖਿੱਤੇ ਦੇ ਵਿੱਚ ਸਰਦਾਰ ਖੁਸ਼ਵੰਤ ਸਿੰਘ ਨੇ ਬਹੁਤ ਸੋਹਣੇ ਤਰੀਕੇ ਨਾਲ ਇਹਨੂੰ ਡਿਸਕ੍ਰਾਈਬ ਕੀਤਾ ਹੈ ਕਿ ਮੈਨੂੰ ਹਿੰਦੁਸਤਾਨੀ ਕਹਿਣ 'ਚ ਜਾਂ ਉਸ 'ਚ ਪਰਹੇਜ਼ ਨਹੀਂ, ਪਰ ਸਿੱਖਾਂ ਵਾਸਤੇ ਇੱਕ ਅਲੱਗ ਖਿੱਤਾ ਜਿਹਦੇ ਵਿੱਚ ਗੁਰਮੁਖੀ ਭਾਸ਼ਾ ਹੋਵੇ ਅਤੇ ਜਿਹਦੇ ਵਿੱਚ ਅਸੀਂ ਆਪਦੇ ਖਾਲਸਾ ਪੰਥ ਦੇ ਬਜ਼ੁਰਗਾਂ ਦਾ ਇਤਿਹਾਸ ਪੜ੍ਹਾ ਸਕੀਏ, ਸਾਨੂੰ ਉਹ ਖਿੱਤਾ ਮਿਲ ਜੇ, ਸਾਡੀ ਐਸਪੀਰੇਸ਼ਨਸ ਉੱਥੇ ਹੀ ਪੂਰੀਆਂ ਹੁੰਦੀਆਂ। ਹਾਲਾਂਕਿ ਬਾਅਦ 'ਚ ਖੁਸ਼ਵੰਤ ਸਿੰਘ ਜੀ ਉਸ ਤੋਂ ਹਟ ਗਏ ਉਸ ਲਾਈਨ ਤੋਂ, ਪਰ 1966 ਤੱਕ ਉਹਨਾਂ ਦੀ ਇਹ ਸੋਚ ਸੀਗੀ। ਤਾਂ ਇਹ ਮੋਟਾ ਮੈਂ ਇਹ ਤਾਂ ਕਿਹਾ ਕਿ ਜਿਹੜਾ ਤੁਹਾਡਾ ਰੁਝਾਨ ਨਿਕਲਦਾ ਹੈ ਉਹ ਆਈਡੀਓਲੋਜੀਕਲ ਡਿਫਰੈਂਸਿਸ ਤੋਂ, ਤੁਹਾਡੀਆਂ ਐਸਪੀਰੇਸ਼ਨਸ ਅਤੇ ਨੇਸ਼ਨ ਸਟੇਟ ਦੀਆਂ ਐਸਪੀਰੇਸ਼ਨਸ 'ਚੋਂ ਡਿਫਰੈਂਸਿਸ ਨਿਕਲਦੀਆਂ। ਇਹ ਖਿੱਤਾ ਜਿਵੇਂ ਇਹਨਾਂ ਨੇ ਕਿਹਾ ਕਿ ਇਹ ਪਾਕਿਸਤਾਨ 'ਚ ਵੀ ਹੋ ਰਿਹਾ, ਇਹ ਆਸੇ-ਪਾਸੇ ਵੀ ਹੋ ਰਿਹਾ, ਉੱਥੇ ਵੀ ਕਾਰਨ ਇਹ ਆ। ਪਰ ਇਹ ਸੋਚੋ ਕਿ ਵੀ ਇਹ ਮੁਗਲਾਂ ਵੇਲੇ ਜਾਂ ਆਪਣਾ ਅੰਗਰੇਜ਼ਾਂ ਵੇਲੇ ਕਿਉਂ ਨਹੀਂ ਹੋਇਆ ਜ਼ਿਆਦਾ। ਮੁਗਲਾਂ ਦੇ ਲਾਰਜਰ ਪੀਰੀਅਡ 'ਚ ਨਹੀਂ ਹੋਇਆ, ਸਿੱਖਾਂ ਨਾਲ ਇੱਕ ਵਿਰੋਧ ਨੂੰ ਛੱਡ ਦਿਓ, ਬਾਕੀ ਮੁਗਲਾਂ ਦੇ ਖਿੱਤਿਆਂ ਦੇ ਵਿੱਚ ਸ਼ਾਂਤੀ ਰਹੀ। ਇਹ ਅਖੀਰ ਦੇ ਹਾਲਾਤਾਂ 'ਚ ਜਦੋਂ ਆਰਥਿਕ ਮੰਦੀ ਆਈ ਉਦੋਂ ਮੁਗਲਾਂ ਦੇ ਉਲਟ ਹੋਇਆ। ਉਸੇ ਤਰ੍ਹਾਂ ਅੰਗਰੇਜ਼ਾਂ ਦੇ ਉਲਟ ਕਿਉਂ ਨਹੀਂ ਹੋਇਆ? ਉਹਦਾ ਬੇਸਿਕ ਡਿਫਰੈਂਸ ਆ ਕਿ ਇਹ ਦੋਨੇ ਜਿਹੜੀਆਂ ਸਟਰਕਚਰ ਸੀਗੇ ਇਹ ਐਮਪਾਇਰ ਸੀਗੇ, ਇਹ ਰਾਜ ਸੀਗੇ। ਇਹ ਜਿਹੜਾ ਹੁਣ ਜੋ ਸਟਰਕਚਰ ਪਾਕਿਸਤਾਨ ਜਾਂ ਭਾਰਤ ਕਾਇਮ ਕਰਨ ਦੀ ਕੋਸ਼ਿਸ਼ ਕਰ ਰਿਹਾ ਉਹ ਨੇਸ਼ਨ ਸਟੇਟ ਆ। ਨੇਸ਼ਨ ਸਟੇਟ ਦੇ ਵਿੱਚ ਅਤੇ ਐਮਪਾਇਰ ਦੇ ਵਿੱਚ ਇੱਕ ਫੰਡਾਮੈਂਟਲ ਡਿਫਰੈਂਸ ਹੈ ਕਿ ਐਮਪਾਇਰ ਕੰਸੋਲੀਡੇਟਿਡ ਗਰੁੱਪ ਨਾਲ, ਇੱਕ ਧਿਰ ਨਾਲ ਅਲੱਗ-ਅਲੱਗ ਤਰ੍ਹਾਂ ਦੇ ਸਮਝੌਤੇ ਕਰਦਾ। ਜਿਵੇਂ ਅੰਗਰੇਜ਼ਾਂ ਨੇ ਕੀਤੇ ਸੀ, ਕਿਤੇ ਉਹਨਾਂ ਨੇ ਖੁਦ ਰਾਜ ਕੀਤਾ, ਕਿਤੇ ਉਹਨਾਂ ਨੇ ਸਟੇਟ ਬਣਾ ਲਈ, ਕਿਤੇ ਸਿੱਖਾਂ ਵਾਸਤੇ ਉਹਨਾਂ ਨੇ SGPC ਦੇਤੀ। ਤਾਂ ਉਹ ਅੱਡ-ਅੱਡ ਲੈਵਲ ਦੇ ਫੈਸਲੇ ਕਰ ਸਕਦਾ ਅਤੇ ਉਹ ਲੋਕ ਆਪਦੀਆਂ ਐਸਪੀਰੇਸ਼ਨ ਦੇ ਹਿਸਾਬ ਨਾਲ, ਜਿਵੇਂ ਆਪਾਂ ਆਏ ਕਿ ਵੀ ਅਸੀਂ ਤੇਜ਼ ਗਰੋ ਕਰਨਾ ਚਾਹੁੰਦੇ ਸੀ, ਕੋਈ ਸਲੋ ਗਰੋ ਕਰਦਾ, ਤਾਂ ਐਮਪਾਇਰਸ ਦੇ ਵਿੱਚ ਇਹ ਫਲੈਕਸੀਬਿਲਿਟੀ ਪੋਸੀਬਲ ਹੁੰਦੀ ਆ। ਉਹਦੇ ਵਿੱਚ ਸਿਰਫ ਇੱਕ ਹੀ ਗੱਲ ਹੁੰਦੀ ਆ ਕਿ ਵੀ ਤੂੰ ਮੇਰੀ ਈਨ ਮੰਨ ਲਾ, ਬਾਕੀ ਸਾਰਾ ਕੁਛ ਆਪਾਂ ਐਡਜਸਟ ਕਰ ਲਾਂਗੇ। ਨੇਸ਼ਨ ਸਟੇਟ ਦੇ ਵਿੱਚ ਇਹ ਐਡਜਸਟਮੈਂਟ ਦੀ ਪੋਸੀਬਿਲਿਟੀ ਹੀ ਨਹੀਂ ਹੁੰਦੀ। ਨੇਸ਼ਨ ਸਟੇਟ ਕਹਿੰਦੀ ਆ ਵੀ ਆਪਾਂ ਇੱਕੋ ਤਰ੍ਹਾਂ ਦੀ ਇਕਸਾਰਤਾ ਲਿਆਉਣੀ ਆ, ਪਹਿਲਾਂ ਸੋਚ ਦੇ ਵਿੱਚ ਇਕਸਾਰਤਾ ਲਿਆਉਣੀ ਆ। ਜਦੋਂ ਸੋਚ ਦੇ ਵਿੱਚ ਇਕਸਾਰਤਾ ਲਿਆਉਣੀ ਹੈ ਤਾਂ ਜ਼ੁਬਾਨ ਦੇ ਵਿੱਚ, ਕਲਚਰ ਦੇ ਵਿੱਚ, ਹਿਸਟਰੀ ਦੇ ਵਿੱਚ, ਤਾਂ ਸਾਰਾ ਕੁਛ ਨੂੰ ਬਦਲਣਾ ਪੈਂਦਾ, ਜਿਹੜਾ ਕਿ ਜਦੋਂ ਉਹ ਸਿੱਖਾਂ ਨਾਲ ਇਹ ਕਰਨਾ ਚਾਹੁੰਦੇ ਆ ਤਾਂ ਤੁਹਾਡੀ ਆਪਦੀ ਇਤਿਹਾਸ, ਆਪਦਾ ਨੇਸ਼ਨ, ਆਪਦੀ ਸਾਰੀਆਂ ਚੀਜ਼ਾਂ ਆ ਕੇ ਉਹਦੇ ਸਿੱਧਾ ਟਕਰਾਵ ਦੇ ਵਿੱਚ ਖੜੀਆਂ ਹੋ ਜਾਂਦੀਆਂ। ਤਾਂ ਇਸ ਕਰਕੇ ਅਨੰਦਪੁਰ ਸਾਹਿਬ ਦੇ ਮਤੇ ਤੋਂ ਚੱਲ ਕੇ
ਧਰਮ ਯੁੱਧ ਦੇ ਮੋਰਚੇ ਤੱਕ ਜਦੋਂ ਆਏ ਆ ਤਾਂ ਜਿਹੜੀਆਂ ਘਟਨਾਵਾਂ ਹੋਈਆਂ ਉਹ ਘਟਨਾਵਾਂ ਚਾਹੇ ਕਿਸੇ ਸਮੇਂ ਵੀ ਹੁੰਦੀਆਂ ਉਹ ਵਾਪਰਨੀਆਂ ਸੀ। ਸੰਸਥਾਵਾਂ ਬਦਲ ਸਕਦੀਆਂ ਸੀ, ਨਾਮ ਬਦਲ ਸਕਦੇ ਸੀ, ਪਾਰਟੀਆਂ ਦੇ ਨਾਂ ਬਦਲੇ ਜਾ ਸਕਦੇ ਸੀ, ਪਰ ਜਿਹੜੀ ਆਈਡੀਓਲੋਜੀਕਲ ਬੇਸ ਪਿੱਛੇ ਪਈ ਸੀ ਉਹਨੇ ਇਹ ਟਕਰਾਵ ਲਿਆਉਣਾ ਸੀ ਜਾਂ ਕਿਸੇ ਤਰੀਕੇ ਦੀ ਐਡਜਸਟਮੈਂਟ ਲਿਆਉਣੀ ਸੀਗੀ। ਉਹ ਟਕਰਾਵ ਆਪਣੇ ਸਾਹਮਣੇ ਹੀ ਆ ਕਿਉਂ ਆਇਆ, ਇਹੀ ਮੈਂ ਅੱਜ ਗੱਲ ਕਰਨਾ ਚਾਹੁੰਦਾ ਸੀ।